ਪੰਜਾਬ ਭਰ ਦੇ ਬਹੁਤ ਪਿਆਰੇ ਵਿਦਿਆਰਥੀਆਂ ਨੂੰ ਅਤੇ ਅਧਿਆਪਕ ਸਾਹਿਬਾਨ ਨੂੰ ਮੇਰੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਹਰਵਿੰਦਰ ਕੌਰ ਗਵਰਨਮੈਂਟ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਨੌਲੀ ਜ਼ਿਲ੍ਹਾ ਮੋਹਾਲੀ ਤੋਂ ਤੁਹਾਡੇ ਨਾਲ ਗੱਲਬਾਤ ਕਰ ਰਹੀ ਹਾਂ। ਅੱਜ ਜਿਸ ਵਿਸ਼ੇ 'ਤੇ ਅਸੀਂ ਗੱਲ ਕਰ ਰਹੇ ਹਾਂ ਉਹ ਵਿਸ਼ਾ ਕਿਤੇ ਨਾ ਕਿਤੇ ਤੁਹਾਡੇ ਘਰਦਿਆਂ ਦੇ ਨਾਲ, ਤੁਹਾਡੇ ਨਾਲ ਜਾਂ ਸਮਾਜ ਦੇ ਵਿੱਚ ਤੁਸੀਂ ਦੇਖੋਗੇ ਬਹੁਤ ਨੇੜੇ ਤੋਂ ਵਿਚਰ ਰਿਹਾ ਵਿਸ਼ਾ ਹੈ। ਤੁਹਾਡੇ ਸਿਲੇਬਸ ਦੇ ਵਿੱਚ ਹੈ। ਦਸੰਬਰ ਦੇ ਪੇਪਰਸ ਦੇ ਵਿੱਚ ਬੱਚੇ ਸ਼ਾਇਦ ਤੁਹਾਨੂੰ ਨਹੀਂ ਆ ਰਿਹਾ, ਬਟ ਮਾਰਚ ਦੇ ਪੇਪਰਸ ਦੇ ਵਿੱਚ ਤੁਹਾਡੇ ਸਿਲੇਬਸ ਦਾ ਭਾਗ ਹੈ। ਅਸੀਂ ਗੱਲ ਕਰਾਂਗੇ ਅੱਜ ਹਿੱਤ ਸਮੂਹ ਅਤੇ ਦਬਾਅ ਸਮੂਹਾਂ ਦੀ। ਤੁਸੀਂ ਬੜੀ ਵਾਰੀ ਸੁਣਿਆ ਹੋਣਾ ਇੰਟਰਸਟ ਗਰੁੱਪਸ ਐਂਡ ਪ੍ਰੈਸ਼ਰ ਗਰੁੱਪਸ। ਦੋ ਅਲੱਗ-ਅਲੱਗ ਨੇ, ਇੱਕੋ ਨੇ, ਪਰ ਥੋੜ੍ਹਾ ਜਿਹਾ ਫਰਕ ਹੈ। ਸੋ ਅਸੀਂ ਇਹਦੇ 'ਤੇ 2 ਲੈਕਚਰਸ ਦੇ ਥਰੂ ਗੱਲ ਕਰਾਂਗੇ, ਇੰਟਰਸਟ ਗਰੁੱਪਸ ਐਂਡ ਪ੍ਰੈਸ਼ਰ ਗਰੁੱਪਸ। ਸਭ ਤੋਂ ਪਹਿਲਾਂ ਬੱਚੇ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦੀ ਹਾਂ ਕਿ ਇੰਟਰਸਟ ਗਰੁੱਪ ਜਾਂ ਪ੍ਰੈਸ਼ਰ ਗਰੁੱਪ ਕੀ ਹੁੰਦੇ ਹਨ। ਤੁਸੀਂ ਵਿਦਿਆਰਥੀ ਹੋ, ਤੁਹਾਡੀਆਂ ਆਪਣੀਆਂ ਕੁਝ ਸਮੱਸਿਆਵਾਂ ਨੇ, ਤੁਹਾਡੀਆਂ ਆਪਣੀਆਂ ਕੁਝ ਮੰਗਾਂ ਹਨ। ਅਸੀਂ ਅਧਿਆਪਕ ਹਾਂ, ਸਾਡੀਆਂ ਆਪਣੀਆਂ ਮੰਗਾਂ ਹਨ। ਮੰਨ ਲਓ ਤੁਸੀਂ 18 ਸਾਲ ਦੇ ਹੋ, ਜੇ ਤੁਹਾਨੂੰ ਕੋਈ ਛੋਟੇ ਬੱਚਿਆਂ ਨਾਲ ਬਿਠਾ ਦੇਵੇ ਤੁਹਾਡਾ ਦਿਲ ਨਹੀਂ ਲੱਗਣਾ। ਜੇ ਤੁਹਾਨੂੰ ਕੋਈ ਬਜ਼ੁਰਗਾਂ ਦੇ ਵਿੱਚ ਬਿਠਾ ਦੇਵੇ ਉਹਨਾਂ ਦੀ ਗੱਲਬਾਤ ਤੁਹਾਡੀ ਗੱਲਬਾਤ ਨਾਲ ਮੇਲ ਨਹੀਂ ਖਾਣੀ। ਪਰ ਜੇ ਤੁਸੀਂ ਆਪਣੀ ਉਮਰ ਦੇ ਵਿਦਿਆਰਥੀਆਂ ਦੇ ਨਾਲ ਹੀ ਬੈਠ ਕੇ ਉਹਨਾਂ ਦੀਆਂ ਜੋ ਗੱਲਬਾਤ ਹੋਣਗੀਆਂ, ਜੋ ਉਹਨਾਂ ਦੀ ਚਰਚਾ ਹੋਏਗੀ, ਉਹ ਕਾਫੀ ਹੱਦ ਤੱਕ ਤੁਹਾਡੇ ਨਾਲ ਮੇਲ ਖਾਂਦੀ ਹੋਏਗੀ। ਇਸੇ ਤਰੀਕੇ ਦੇ ਨਾਲ ਬੱਚੇ ਮੈਂ ਤੁਹਾਨੂੰ ਇਸ ਲੈਕਚਰ ਦੇ ਵਿੱਚ ਸਭ ਤੋਂ ਪਹਿਲਾਂ ਇਹ ਦੱਸਣਾ ਚਾਹੁੰਦੀ ਹਾਂ ਕਿ ਸਾਡੇ ਸਮਾਜ ਦੇ ਵਿੱਚ ਕੁਝ ਵਿਸ਼ੇਸ਼ ਹਿੱਤਾਂ ਵਾਲੇ ਲੋਕ, ਜਿਨ੍ਹਾਂ ਦੇ ਹਿੱਤ ਇੱਕ ਦੂਜੇ ਦੇ ਨਾਲ ਮੇਲ ਖਾਂਦੇ ਹਨ, ਉਹ ਜਦੋਂ ਇਕੱਠੇ ਹੋ ਕੇ ਇੱਕ ਸਮੂਹ ਬਣਾ ਲੈਂਦੇ ਹਨ ਤਾਂ ਉਸ ਨੂੰ ਅਸੀਂ ਹਿੱਤ ਸਮੂਹ ਦਾ ਨਾਮ ਵੀ ਦੇ ਦਿੰਦੇ ਹਾਂ। ਇੰਟਰਸਟ ਗਰੁੱਪਸ ਵਿਦਿਆਰਥੀਆਂ ਦੇ ਸਮੂਹ ਇੱਕ ਤਰ੍ਹਾਂ, ਜੋ ਵਿਦਿਆਰਥੀਆਂ ਦੀਆਂ ਮੰਗਾਂ ਨੇ ਉਹ ਅਧਿਆਪਕਾਂ ਦੀਆਂ ਨਹੀਂ ਹੋ ਸਕਦੀਆਂ, ਜੋ ਅਧਿਆਪਕਾਂ ਦੀਆਂ ਮੰਗਾਂ ਨੇ ਉਹ ਨਰਸਾਂ ਦੀਆਂ ਨਹੀਂ ਹੋ ਸਕਦੀਆਂ, ਜੋ ਨਰਸਾਂ ਦੀਆਂ ਮੰਗਾਂ ਨੇ ਉਹ ਬੈਂਕ ਯੂਨੀਅਨ ਵਾਲਿਆਂ ਦੀਆਂ ਨਹੀਂ ਹੋ ਸਕਦੀਆਂ, ਜੋ ਕਿਸਾਨਾਂ ਦੀਆਂ ਮੰਗਾਂ ਨੇ ਉਹ ਉਦਯੋਗਪਤੀਆਂ ਦੇ ਨਾਲ ਮੇਲ ਨਹੀਂ ਖਾਂਦੀਆਂ। ਸੋ ਜਿਵੇਂ ਅਸੀਂ ਪੰਜਾਬੀ 'ਚ ਕਹਿੰਦੇ ਹਾਂ ਕਿ ਇੱਕੋ ਜਿਹੇ ਪੰਖਾਂ ਵਾਲੇ ਪਰਿੰਦੇ ਇਕੱਠੇ ਉੱਡਦੇ ਹਨ। ਤੁਸੀਂ ਕਦੇ ਦੇਖੋ ਚਿੜੀਆਂ ਇੱਕੋ ਤਰ੍ਹਾਂ ਦੀਆਂ ਉੱਡਦੀਆਂ ਹਨ, ਪ੍ਰਵਾਸੀ ਪੰਛੀ ਆਉਂਦੇ ਨੇ, ਇੱਕੋ ਤਰ੍ਹਾਂ ਦੇ ਪੰਛੀ ਆਮ ਤੌਰ 'ਤੇ ਤੁਸੀਂ ਦੇਖੋਗੇ ਇੱਕੋ ਜਿਹੇ ਪੰਖਾਂ ਵਾਲੇ ਪਰਿੰਦੇ ਇਕੱਠੇ ਉੱਡਦੇ ਹਨ। ਠੀਕ ਇਸੇ ਤਰੀਕੇ ਦੇ ਨਾਲ ਇੱਕੋ ਜਿਹੇ ਹਿੱਤਾਂ ਵਾਲੇ ਲੋਕ ਇਕੱਠੇ ਹੋ ਜਾਂਦੇ ਹਨ। ਫੋਰ ਐਗਜ਼ਾਮਪਲ, ਮੈਂ ਇੱਕ ਅਧਿਆਪਕ ਹਾਂ। ਜੇ ਮੈਨੂੰ ਕੋਈ ਕਹੇ ਕਿ ਤੂੰ ਡਾਕਟਰ ਯੂਨੀਅਨ ਦੀ ਮੈਂਬਰ ਬਣ ਜਾ, ਮੈਨੂੰ ਕੀ ਫਾਇਦਾ? ਡਾਕਟਰਾਂ ਦੀਆਂ ਮੰਗਾਂ ਅਲੱਗ ਨੇ, ਮੇਰੀਆਂ ਮੰਗਾਂ ਅਲੱਗ ਨੇ, ਮੈਨੂੰ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਡਾਕਟਰ ਯੂਨੀਅਨ ਦਾ। ਤੁਸੀਂ ਅਖਬਾਰ ਦੇ ਵਿੱਚ ਪੜ੍ਹਦੇ ਹੋ ਕਿ ਬੈਂਕਾਂ ਦੀ ਹੜਤਾਲ ਚੱਲ ਰਹੀ ਹੈ, ਉਹਦੇ ਨਾਲ ਬੈਂਕਾਂ ਦੀਆਂ ਕੀ ਮੰਗਾਂ ਹਨ, ਮੁਲਾਜ਼ਮ ਕੀ ਚਾਹੁੰਦੇ ਹਨ, ਕੀ ਸਰਕਾਰ ਤੋਂ ਮੰਗਾਂ ਹਨ, ਇਹਦਾ ਸੰਬੰਧ ਉਹਨਾਂ ਨਾਲ ਹੈ। ਤੁਸੀਂ ਵਿਦਿਆਰਥੀ ਹੋ, ਮੈਂ ਅਧਿਆਪਕ ਹਾਂ, ਮੇਰੇ ਨਾਲ ਉਹਦਾ ਸੰਬੰਧ ਨਹੀਂ ਹੈ। ਹਾਂ, ਇਹ ਗੱਲ ਸਹੀ ਹੈ ਕਿ ਕੁਝ ਇੱਕ ਸਮਾਜ ਦੇ ਮੁੱਦੇ ਅਜਿਹੇ ਵੀ ਹੁੰਦੇ ਹਨ ਜਿਹਦਾ ਸੰਬੰਧ ਸਭ ਦੇ ਨਾਲ ਹੁੰਦਾ ਹੈ। ਭ੍ਰਸ਼ਟਾਚਾਰ ਦਾ ਸੰਬੰਧ ਸਭ ਦੇ ਨਾਲ ਹੈ, ਦਹੇਜ ਦਾ ਸੰਬੰਧ ਸਭ ਦੇ ਨਾਲ ਹੈ, ਸਮਾਜ ਵਿੱਚ ਫੈਲ ਰਹੇ ਰੇਪ ਦਾ ਸੰਬੰਧ ਸਭ ਦੇ ਨਾਲ ਹੈ, ਮਹਿੰਗਾਈ ਦਾ ਸੰਬੰਧ ਸਭ ਦੇ ਨਾਲ ਹੈ। ਉਹ ਸਾਂਝੇ ਮੁੱਦੇ ਹੁੰਦੇ ਹਨ। ਉਹਨਾਂ ਸਾਂਝੇ ਮੁੱਦਿਆਂ ਨੂੰ ਹੱਲ ਕਰਨ ਦੇ ਲਈ ਵੀ ਕਈ ਵਾਰ ਗਰੁੱਪ ਬਣ ਜਾਂਦੇ ਹਨ। ਸੋ ਯਾਦ ਰੱਖਣਾ, ਅੱਜ ਅਸੀਂ ਜਿਹੜੀ ਗੱਲ ਕਰ ਰਹੇ ਹਾਂ, ਅਸੀਂ ਇਸੇ ਟੌਪਿਕ 'ਤੇ ਗੱਲ ਕਰ ਰਹੇ ਹਾਂ ਕਿ ਜਦੋਂ ਇੱਕੋ ਜਿਹੇ ਹਿੱਤਾਂ ਵਾਲੇ ਲੋਕ ਇਕੱਠੇ ਹੋ ਜਾਂਦੇ ਹਨ ਅਤੇ ਉਹ ਇੱਕ ਗਰੁੱਪ ਬਣਾ ਲੈਂਦੇ ਹਨ ਤਾਂ ਉਸ ਨੂੰ ਅਸੀਂ ਹਿੱਤ ਸਮੂਹ ਜਾਂ ਪ੍ਰੈਸ਼ਰ ਗਰੁੱਪਸ ਦਾ ਨਾਮ ਦੇ ਦਿੰਦੇ ਹਾਂ। ਦੂਸਰੀ ਗੱਲ, ਖਾਸ ਹਿੱਤਾਂ ਦੀ ਰਾਖੀ ਕਰਨ ਵਾਲੇ ਸੰਗਠਨ। ਅਸੀਂ ਗੱਲ ਕਰ ਰਹੇ ਹਾਂ ਖਾਸ ਹਿੱਤ ਮੀਨਸ ਹਰੇਕ ਦੇ ਹਿੱਤ ਅਲੱਗ ਹੋਣਗੇ। ਮੈਂ ਤੁਹਾਨੂੰ ਦੱਸ ਕੇ ਹਟੀ ਹਾਂ, ਵਿਦਿਆਰਥੀਆਂ ਦੇ ਹਿੱਤ ਅਲੱਗ ਨੇ, ਕਿਸਾਨਾਂ ਦੇ ਅਲੱਗ ਨੇ, ਡਾਕਟਰਾਂ ਦੇ ਅਲੱਗ ਨੇ, ਬੈਂਕ ਦੇ ਅਲੱਗ ਨੇ, ਉਦਯੋਗਪਤੀਆਂ ਦੇ ਅਲੱਗ ਨੇ। ਜਿਹੜੇ ਗਰੁੱਪ ਆਪਣੇ ਖਾਸ ਹਿੱਤਾਂ ਦੀ ਰਾਖੀ ਕਰਦੇ ਹਨ ਉਹ ਹਿੱਤ ਸਮੂਹ ਅਤੇ ਦਬਾਅ ਸਮੂਹ ਦਾ ਰੂਪ ਧਾਰਨ ਕਰ ਲੈਂਦੇ ਹਨ। ਔਰ ਅਗਲੀ ਗੱਲ, ਲੋਕਤੰਤਰ ਵਿੱਚ ਖਾਸ ਮਹੱਤਵ। ਲੋਕਤੰਤਰ ਵਿੱਚ ਇਹਦਾ ਮਹੱਤਵ ਕਿਉਂ ਹੈ? ਲੋਕਤੰਤਰ ਬੇਟੇ ਉਹ ਸਰਕਾਰ ਹੁੰਦੀ ਹੈ ਜਿਸ ਦੇ ਵਿੱਚ ਅਸੀਂ ਖੁੱਲ੍ਹ ਕੇ ਆਪਣੇ ਵਿਚਾਰ ਪ੍ਰਗਟਾ ਸਕਦੇ ਹਾਂ,
ਆਪਣੀਆਂ ਮੰਗਾਂ ਰੱਖ ਸਕਦੇ ਹਾਂ। ਹੁਣੇ ਤੁਹਾਡੇ ਕੋਲ ਰੀਸੈਂਟਲੀ ਸਾਡੇ ਕੋਲ ਐਗਜ਼ਾਮਪਲ ਚੱਲ ਰਹੀ ਹੈ ਕਿਸਾਨਾਂ ਦੇ ਮੁੱਦੇ ਦੇ ਉੱਤੇ। ਤੁਸੀਂ ਦੇਖੋ ਕਿੰਨਾ ਜ਼ਿਆਦਾ ਕਿਸਾਨਾਂ ਦੇ ਸਾਰੇ ਸੰਗਠਨ ਮਿਲ ਕੇ ਆਪਣੀਆਂ ਮੰਗਾਂ, ਆਪਣਾ ਮੁੱਦਾ ਸਰਕਾਰ ਦੇ ਅੱਗੇ ਰੱਖ ਰਹੇ ਹਨ। ਜੇ ਲੋਕਤੰਤਰ ਨਾ ਹੋਵੇ ਤਾਂ ਸ਼ਾਇਦ ਹੋ ਸਕਦਾ ਹੈ ਕਿਸੇ ਨੂੰ ਆਵਾਜ਼ ਉਠਾਉਣ ਦਾ ਮੌਕਾ ਨਾ ਮਿਲੇ। ਸੋ ਜਿਹੜੇ ਹਿੱਤ ਸਮੂਹ ਜਾਂ ਦਬਾਅ ਸਮੂਹ ਪਾਏ ਜਾਂਦੇ ਹਨ, ਯਾਦ ਰੱਖਣਾ ਇਹ ਹਰੇਕ ਸਮਾਜ ਵਿੱਚ ਹੋ ਸਕਦੇ ਹਨ, ਪਰ ਲੋਕਤੰਤਰ ਵਿੱਚ ਇਹਨਾਂ ਦਾ ਖਾਸ ਮਹੱਤਵ ਹੈ। ਸੋ ਮੈਨੂੰ ਲੱਗਦਾ ਹੈ ਇੰਟਰੋਡਕਸ਼ਨ ਦੇ ਤੌਰ ਦੇ ਉੱਤੇ ਤੁਹਾਨੂੰ ਗੱਲ ਸਮਝ ਆ ਗਈ ਹੋਣੀ। ਮੈਂ ਫਿਰ ਰਿਪੀਟ ਕਰ ਰਹੀ ਹਾਂ, ਇੱਕੋ ਜਿਹੇ ਹਿੱਤਾਂ ਵਾਲੇ ਲੋਕ, ਸਾਂਝੇ ਹਿੱਤਾਂ ਵਾਲੇ ਲੋਕ ਜਦੋਂ ਆਪਣੇ ਹਿੱਤਾਂ ਦੀ, ਆਪਣੀਆਂ ਮੰਗਾਂ ਦੀ ਪੂਰਤੀ ਕਰਾਉਣ ਦੇ ਲਈ ਇਕੱਠੇ ਹੋ ਜਾਂਦੇ ਹਨ ਅਤੇ ਸਰਕਾਰ 'ਤੇ ਦਬਾਅ ਪਾਉਂਦੇ ਹਨ ਤਾਂ ਉਸ ਨੂੰ ਅਸੀਂ ਦਬਾਅ ਸਮੂਹ ਦਾ ਨਾਮ ਦਿੰਦੇ ਹਾਂ। 2 ਭਾਗ ਦੇ ਵਿੱਚ ਅਸੀਂ ਚੈਪਟਰ ਕਰਾਂਗੇ। ਮੈਂ ਤੁਹਾਨੂੰ ਪਹਿਲਾਂ ਦੱਸਿਆ ਹੈ ਹਿੱਤ ਸਮੂਹ 'ਤੇ ਗੱਲ ਵੀ ਕਰਾਂਗੇ ਅਤੇ ਪ੍ਰੈਸ਼ਰ ਗਰੁੱਪਸ 'ਤੇ ਗੱਲ ਵੀ ਕਰਾਂਗੇ। ਹੁਣ ਅਸੀਂ ਅਗਲੀ ਗੱਲ ਕਰਦੇ ਹਾਂ ਬੇਟੇ ਦਬਾਅ ਸਮੂਹ ਦੀ, ਪ੍ਰੈਸ਼ਰ ਗਰੁੱਪਸ। ਬਿਲਕੁਲ ਸਿੰਪਲ, ਤੁਸੀਂ ਕੋਈ ਔਖੀ ਲੈਂਗੁਏਜ ਨਹੀਂ ਲਿਖਣੀ। ਸਾਂਝੇ ਹਿੱਤਾਂ ਵਾਲੇ ਲੋਕ ਜਦੋਂ ਸਮੂਹ ਬਣਾ ਕੇ, ਸਮੂਹ ਮੈਨੇ ਇਕੱਠੇ ਹੋ ਕੇ, ਸਾਂਝੇ ਹਿੱਤਾਂ ਵਾਲੇ ਲੋਕ, ਜਦੋਂ ਤੱਕ ਬੱਚੇ ਇਕੱਠੇ ਨਹੀਂ ਹੋਏ ਉਦੋਂ ਤੱਕ ਕੁਝ ਨਹੀਂ ਹੋ ਸਕਦਾ। ਸਾਂਝੇ ਹਿੱਤਾਂ ਵਾਲੇ ਲੋਕ ਜਦੋਂ ਸਮੂਹ ਬਣਾ ਕੇ ਆਪਣੀਆਂ ਮੰਗਾਂ ਮਨਾਉਣ ਦੇ ਲਈ ਸਰਕਾਰ 'ਤੇ ਦਬਾਅ ਪਾਉਂਦੇ ਹਨ ਤਾਂ ਉਹ ਦਬਾਅ ਸਮੂਹ ਕਹਾਉਂਦੇ ਹਨ। ਤੁਹਾਨੂੰ ਮੈਂ ਪਿਕ ਵੀ ਪਾਈ ਹੋਈ ਹੈ, ਤੁਸੀਂ ਦੇਖੋ ਬਜਰੰਗ ਦਲ ਹਿੰਦੂ ਸੰਗਠਨ ਹੈ। ਦੂਸਰੇ ਪਾਸੇ ਲੇਡੀਜ਼ ਦੇ ਕਈ ਤਰ੍ਹਾਂ ਦੇ, ਇਸਤਰੀਆਂ ਦੀ ਮੰਗਾਂ ਮਨਾਉਣ ਦੇ ਲਈ, ਰੇਪ ਦੇ ਖਿਲਾਫ, ਇਸਤਰੀਆਂ ਨੂੰ ਸਵੈਮਾਨ ਦੇ ਨੂੰ ਠੀਕ ਰੱਖਣਾ, ਕਈ ਤਰੀਕੇ ਦੀਆਂ ਮੰਗਾਂ ਇਸਤਰੀਆਂ ਦੀਆਂ ਹਨ। ਸੋ ਜਦੋਂ ਵੀ ਸਾਂਝੇ ਹਿੱਤਾਂ ਵਾਲੇ ਲੋਕ, ਇੱਕੋ ਜਿਹੇ ਹਿੱਤਾਂ ਵਾਲੇ, ਜ਼ਰੂਰੀ ਨਹੀਂ ਤੁਸੀਂ ਸਾਂਝੇ ਹਿੱਤੇ ਲਿਖਣਾ ਹੈ, ਇੱਕੋ ਜਿਹੇ ਹਿੱਤਾਂ ਵਾਲੇ ਲੋਕ, ਵਿਸ਼ੇਸ਼ ਹਿੱਤਾਂ ਵਾਲੇ ਲੋਕ ਜਦੋਂ ਇਕੱਠੇ ਹੋ ਕੇ ਸਮੂਹ ਬਣਾ ਕੇ ਆਪਣੀਆਂ ਮੰਗਾਂ ਮਨਾਉਣ ਲਈ ਸਰਕਾਰ 'ਤੇ ਦਬਾਅ ਪਾਉਂਦੇ ਹਨ ਤਾਂ ਉਹ ਦਬਾਅ ਸਮੂਹ ਭਾਵ ਪ੍ਰੈਸ਼ਰ ਗਰੁੱਪਸ ਕਹਾਉਂਦੇ ਹਨ। ਸਿੰਪਲ ਲੈਂਗੁਏਜ ਦੇ ਵਿੱਚ ਬੱਚੇ ਲਿਖਣਾ ਹੈ, ਕੋਈ ਕੰਪਲੀਕੇਟਿਡ ਨਹੀਂ ਲਿਖਣਾ। ਹੁਣ ਤੁਹਾਨੂੰ ਇੱਕ ਪਰਿਭਾਸ਼ਾ, ਤੁਹਾਡੀ ਬੁੱਕ ਦੇ ਵਿੱਚ 3 ਜਾਂ 4 ਪਰਿਭਾਸ਼ਾਵਾਂ ਜ਼ਰੂਰ ਹੋਣਗੀਆਂ। ਕੋਸ਼ਿਸ਼ ਕਰਿਆ ਕਰੋ ਕਿ ਉਹਨਾਂ ਪਰਿਭਾਸ਼ਾਵਾਂ ਨੂੰ ਤੁਸੀਂ ਜ਼ਰੂਰ ਕਰੋ। ਸੋ ਐਚ ਜਿਗਲਰ ਦੀ ਇੱਕ ਪਰਿਭਾਸ਼ਾ ਮੈਂ ਤੁਹਾਡੇ ਨਾਲ ਸਾਂਝੀ ਕਰ ਰਹੀ ਹਾਂ। ਦਬਾਅ ਸਮੂਹ ਅਜਿਹੇ ਸੰਗਠਨ ਹਨ, ਕਿਹੋ ਜਿਹੇ ਸੰਗਠਨ ਹਨ, ਜੋ ਆਪਣੇ ਮੈਂਬਰਾਂ ਨੂੰ ਰਸਮੀ ਸਰਕਾਰੀ ਅਸਾਮੀਆਂ 'ਤੇ ਲਗਾਏ ਬਿਨਾਂ, ਵਰਡ ਥੋੜ੍ਹਾ ਔਖਾ ਹੈ, ਰਸਮੀ ਸਰਕਾਰੀ ਅਸਾਮੀਆਂ, ਰਸਮੀ ਮੈਨੇ ਸਿੱਧੇ ਤੌਰ ਦੇ ਉੱਤੇ ਸਰਕਾਰ ਦੀਆਂ ਅਸਾਮੀਆਂ, ਸਰਕਾਰ ਦੇ ਪਦਵੀਆਂ 'ਤੇ, ਸਰਕਾਰ ਦੀਆਂ ਨੌਕਰੀਆਂ ਤੋਂ ਲਗਾਏ ਬਿਨਾਂ ਸਰਕਾਰੀ ਨਿਰਣਿਆਂ ਨੂੰ ਪ੍ਰਭਾਵਿਤ ਕਰਦੇ ਹਨ। ਐਚ ਜਿਗਲਰ, A pressure group has been defined by H. Ziegler, an organized aggregate which seeks to influence the context of the government decisions. ਕਿੱਦਾਂ government ਦੇ decisions ਨੂੰ influence ਕਰਨਾ, ਕਿੱਦਾਂ without attempting to place its members in the formal government capacities. ਮਤਲਬ ਕਿ ਇੱਕ ਤਾਂ ਹੁੰਦਾ ਹੈ ਮੰਤਰੀ ਬਣ ਜਾਣਾ, ਸਰਕਾਰੀ ਅਧਿਕਾਰੀ ਬਣ ਜਾਣਾ, ਚੋਣਾਂ ਲੜ ਕੇ ਜਿੱਤ ਕੇ ਸਰਕਾਰ ਦੇ ਉੱਤੇ, ਸ਼ਾਸਨ ਦੇ ਉੱਤੇ ਕਬਜ਼ਾ ਕਰਕੇ ਫਿਰ ਆਪਣੀਆਂ ਮੰਗਾਂ ਨੂੰ, ਆਪਣੇ ਨਿਰਣਿਆਂ ਨੂੰ ਲਾਗੂ ਕਰਨਾ। ਪਰ ਜਿਹੜੇ ਦਬਾਅ ਸਮੂਹਾਂ ਦੇ ਮੈਂਬਰ ਹੁੰਦੇ ਹਨ, ਇਹ ਨਾ ਤਾਂ ਚੋਣਾਂ ਲੜਦੇ ਹਨ, ਨਾ ਮੰਤਰੀ ਬਣਦੇ ਹਨ, ਨਾ ਵਿਧਾਇਕ ਬਣਦੇ ਹਨ, ਨਾ ਉੱਚ ਅਫਸਰ ਬਣਦੇ ਹਨ। ਰਸਮੀ ਸਰਕਾਰੀ ਨੌਕਰੀਆਂ 'ਤੇ ਲੱਗੇ ਬਿਨਾਂ ਇਹ ਕੀ ਕਰਦੇ ਹਨ, ਸਰਕਾਰ ਤੋਂ ਆਪਣੀਆਂ ਮੰਗਾਂ ਮਨਾਉਣ ਦਾ ਯਤਨ ਕਰਦੇ ਹਨ, ਸਰਕਾਰ ਦੇ ਨਿਰਣਿਆਂ ਨੂੰ ਆਪਣੇ ਪੱਖ ਵਿੱਚ ਕਰਨ ਲਈ ਪ੍ਰਭਾਵਿਤ ਕਰਦੇ ਹਨ। ਯਾਦ ਰੱਖਣਾ, ਤੁਸੀਂ ਪਰਿਭਾਸ਼ਾ ਕੋਸ਼ਿਸ਼ ਕਰਨੀ ਹੈ ਆਥਰ ਦੇ ਅਕੋਰਡਿੰਗ ਹੀ ਲਿਖਣੀ ਹੈ, ਪਰ ਫਿਰ ਵੀ ਜੇ ਤੁਹਾਨੂੰ ਕਿਸੇ ਵੇਲੇ ਭੁੱਲ ਜੇ ਬੱਚੇ ਤਾਂ ਤੁਸੀਂ ਪਰਿਭਾਸ਼ਾ ਆਪ ਵੀ ਬਣਾ ਸਕਦੇ ਹੋ। ਸੋ ਪਰਿਭਾਸ਼ਾ 'ਚੋਂ ਮੇਨ ਗੱਲ ਕੀ ਨਿਕਲ ਕੇ ਆਈ ਹੈ? ਨੰਬਰ 1, ਸਰਕਾਰੀ ਨਿਰਣਿਆਂ ਨੂੰ ਆਪਣੇ ਹੱਕ ਵਿੱਚ ਕਰਨਾ। ਸਰਕਾਰ ਜੋ ਨਿਰਣੇ ਲੈਂਦੀ ਹੈ, ਜੇ ਵਿਦਿਆਰਥੀਆਂ ਸੰਬੰਧੀ ਲੈਂਦੀ ਹੈ ਤਾਂ ਵਿਦਿਆਰਥੀ ਚਾਹੁੰਦੇ ਨੇ ਨਿਰਣੇ ਉਹਨਾਂ ਦੇ ਹੱਕ ਵਿੱਚ ਹੋਣ। ਕਿਸਾਨਾਂ ਸੰਬੰਧੀ ਲੈਂਦੀ ਹੈ ਤਾਂ ਕਿਸਾਨ ਚਾਹੁੰਦੇ ਨੇ ਕਿ ਇਹ ਨਿਰਣੇ ਸਾਡੇ ਹੱਕ ਵਿੱਚ ਹੋਣ। ਹਰੇਕ ਪ੍ਰੈਸ਼ਰ ਗਰੁੱਪ ਕੀ ਚਾਹੁੰਦਾ ਹੈ ਕਿ ਸਰਕਾਰ ਜੋ ਨਿਰਣਾ ਉਹਨਾਂ ਸੰਬੰਧੀ ਲੈ ਰਹੀ ਹੈ ਉਹ ਉਹਨਾਂ ਦੇ ਹੱਕ ਵਿੱਚ ਹੋਣੇ ਚਾਹੀਦੇ ਹਨ। ਜੇ ਹੱਕ ਵਿੱਚ ਹੁੰਦੇ ਹਨ ਤਾਂ ਠੀਕ ਹੈ, ਨਹੀਂ ਹੁੰਦੇ ਤਾਂ ਉਹ ਸਰਕਾਰ 'ਤੇ ਪ੍ਰੈਸ਼ਰ ਪਾ ਕੇ ਆਪਣੇ ਹੱਕ ਵਿੱਚ ਕਰਨ ਦਾ ਯਤਨ ਕਰਦੇ ਹਨ। ਹੁਣ ਤੁਸੀਂ ਰੀਸੈਂਟਲੀ, ਮੈਂ ਬਾਰ-ਬਾਰ ਐਗਜ਼ਾਮਪਲ ਦੇਵਾਂਗੀ ਤੁਹਾਨੂੰ ਲੈਸਨ ਦੇ ਵਿੱਚ, ਕਿਉਂਕਿ ਮੇਰਾ ਟੌਪਿਕ ਵੀ ਉਹ ਹੈ, ਅਤੇ ਅੱਜ ਦੀ ਸਾਡੇ ਕਿਸਾਨਾਂ ਦੀ ਸਰਕਾਰ ਨੇ ਕੁਛ ਇੱਕ ਨਿਰਣੇ ਲਏ, ਕੁਛ ਇੱਕ ਕਾਨੂੰਨ ਬਣਾਏ, ਕਿਸਾਨ ਉਸ ਕਾਨੂੰਨ ਦੇ ਨਾਲ ਐਗਰੀ ਨਹੀਂ ਕਰਦੇ,
ਇਸ ਕਰਕੇ ਉਹ ਉਹਨਾਂ ਨਿਰਣਿਆਂ ਨੂੰ ਆਪਣੇ ਹੱਕ ਵਿੱਚ ਕਰਨ ਦਾ ਯਤਨ ਕਰ ਰਹੇ ਹਨ। ਰਾਜਨੀਤਿਕ ਦਲਾਂ ਨਾਲ ਮੰਗਾਂ ਸੰਬੰਧੀ ਸੌਦੇਬਾਜ਼ੀ ਕਰਨਾ ਮੀਨਸ ਕਿ ਤੁਸੀਂ ਅੱਜ ਸਾਡੀਆਂ ਮੰਗਾਂ ਪੂਰੀਆਂ ਕਰੋ, ਕੱਲ੍ਹ ਨੂੰ ਜਦੋਂ ਇਲੈਕਸ਼ਨ ਹੋਏਗੀ ਤਾਂ ਅਸੀਂ ਤੁਹਾਡਾ ਸਾਥ ਦੇਵਾਂਗੇ। ਸਰਕਾਰੀ ਨੀਤੀਆਂ ਨੂੰ ਪ੍ਰਭਾਵਿਤ ਕਰਨਾ, ਸਰਕਾਰੀ ਨੀਤੀਆਂ ਮੈਨੇ ਸਰਕਾਰ ਦੇ ਕਾਨੂੰਨਾਂ ਨੂੰ ਆਪਣੇ ਹੱਕ ਵਿੱਚ ਕਰਨ ਦਾ ਯਤਨ ਕਰਨਾ। ਸੋ ਇਹਨਾਂ 3 ਚੀਜ਼ਾਂ ਨੂੰ ਲੈ ਕੇ ਵੀ ਬੱਚੇ ਤੁਸੀਂ ਇੱਕ ਪਰਿਭਾਸ਼ਾ ਬਣਾ ਸਕਦੇ ਹੋ। ਜਦੋਂ ਅਸੀਂ ਵਿਸ਼ੇਸ਼ਤਾਵਾਂ ਕਰਾਂਗੇ ਤਾਂ ਵਿਸ਼ੇਸ਼ਤਾਵਾਂ ਤੋਂ ਬਾਅਦ ਵੀ ਤੁਹਾਨੂੰ ਕਾਫੀ ਹੱਦ ਤੱਕ ਪਰਿਭਾਸ਼ਾਵਾਂ ਕਲੀਅਰ ਹੋ ਜਾਣਗੀਆਂ। ਹੁਣ ਅਸੀਂ ਕਰਾਂਗੇ ਕਰੈਕਟਰਿਸਟਿਕਸ ਆਫ ਪ੍ਰੈਸ਼ਰ ਗਰੁੱਪਸ, ਫੀਚਰਸ ਆਫ ਪ੍ਰੈਸ਼ਰ ਗਰੁੱਪਸ ਦੀਆਂ ਵਿਸ਼ੇਸ਼ਤਾਵਾਂ। ਪਹਿਲੀ ਵਿਸ਼ੇਸ਼ਤਾ ਹੈਗੀ ਹੈ ਰਸਮੀ ਸੰਗਠਨ, ਫਾਰਮਲ ਆਰਗੇਨਾਈਜੇਸ਼ਨਸ। ਰਸਮੀ ਦਾ ਮਤਲਬ ਹੈ ਸੰਗਠਿਤ ਹੋਣੇ ਜ਼ਰੂਰੀ ਹਨ। ਦੇਖੋ ਮੰਨ ਲਓ ਮੈਂ ਅਧਿਆਪਕ ਹਾਂ, ਮੇਰੀ ਕੋਈ ਮੰਗ ਹੈ, ਜਲੰਧਰ ਦੇ ਅਧਿਆਪਕ ਦੀ ਕੋਈ ਮੰਗ ਹੈ, ਲੁਧਿਆਣੇ ਵਾਲੇ ਅਧਿਆਪਕ ਦੀ ਕੋਈ ਮੰਗ ਹੈ, ਦਿੱਲੀ ਵਾਲੇ ਅਧਿਆਪਕ ਦੀ ਮੰਗ ਹੈ। ਅਸੀਂ ਆਪਣੇ ਮਨ ਵਿੱਚ ਸੋਚੀ ਬੈਠੇ ਹਾਂ ਕਿ ਅਸੀਂ ਇੱਦਾਂ ਚਾਹੁੰਦੇ ਹਾਂ। ਉਦੋਂ ਤੱਕ ਸਾਡਾ ਕੰਮ ਨਹੀਂ ਹੋ ਸਕਦਾ ਜਦੋਂ ਤੱਕ ਅਸੀਂ ਰਸਮੀ ਤੌਰ 'ਤੇ ਫਾਰਮਲੀ ਅਸੀਂ ਆਰਗੇਨਾਈਜ਼ਡ ਨਹੀਂ ਹੁੰਦੇ, ਅਸੀਂ ਇਕੱਠੇ ਨਹੀਂ ਹੁੰਦੇ। ਸੋ ਸਭ ਤੋਂ ਪਹਿਲੀ ਗੱਲ, ਕਿਸੇ ਵੀ ਪ੍ਰੈਸ਼ਰ ਗਰੁੱਪ ਦੇ ਲਈ, ਕਿਸੇ ਵੀ ਸੰਗਠਨ ਦੇ ਲਈ ਰਸਮੀ ਤੌਰ ਦੇ ਉੱਤੇ ਸੰਗਠਿਤ ਹੋਣਾ ਜ਼ਰੂਰੀ ਹੈ। ਦੂਸਰੀ ਗੱਲ, ਵਿਸ਼ੇਸ਼ ਹਿੱਤਾਂ ਦੀ ਰਾਖੀ, ਪ੍ਰੋਟੈਕਸ਼ਨ ਆਫ ਸਪੈਸ਼ਲ ਇੰਟਰਸਟ। ਮੈਂ ਤੁਹਾਨੂੰ ਦੱਸਿਆ ਕਿ ਹਰੇਕ ਪ੍ਰੈਸ਼ਰ ਗਰੁੱਪ ਕਿਸੇ ਨਾ ਕਿਸੇ ਵਿਸ਼ੇਸ਼ ਹਿੱਤ ਦੀ ਰਾਖੀ ਕਰਦਾ ਹੈ। ਚਾਹੇ ਉਹ ਵਿਦਿਆਰਥੀਆਂ ਦਾ ਗਰੁੱਪ ਹੋਵੇ, ਵਿਦਿਆਰਥੀਆਂ ਦੀ ਕਰੇਗਾ, ਡਾਕਟਰਾਂ ਦਾ ਹੋਏ ਡਾਕਟਰਾਂ ਦੀ ਕਰੇਗਾ, ਕਿਸਾਨਾਂ ਦਾ ਹੋਏਗਾ ਕਿਸਾਨਾਂ ਦੀ ਕਰੇਗਾ, ਦਹੇਜ ਵਿਰੋਧੀ ਹੋਏਗਾ ਤਾਂ ਦਹੇਜ ਦੇ ਖਿਲਾਫ ਕੰਮ ਕਰਨ ਦਾ ਕੰਮ ਕਰੇਗਾ। ਨੰਬਰ 3 ਆ ਗਿਆ ਇੱਛੁਕ ਮੈਂਬਰੀ। ਇੱਛੁਕ ਮੈਂਬਰੀ ਮੈਨੇ ਵੋਲੰਟਰੀ ਮੈਂਬਰਸ਼ਿਪ। ਜ਼ਰੂਰੀ ਨਹੀਂ ਹੈ ਤੁਹਾਡੇ ਲਈ, ਸਮਾਜ ਦੇ ਲੋਕਾਂ ਲਈ ਜ਼ਰੂਰੀ ਨਹੀਂ ਹੈ ਕਿ ਉਹ ਕਿਸੇ ਹਿੱਤ ਸਮੂਹ ਜਾਂ ਦਬਾਅ ਸਮੂਹ ਦੇ ਮੈਂਬਰ ਬਣਨ। ਤੁਸੀਂ ਮੈਂਬਰ ਬਣ ਵੀ ਸਕਦੇ ਹੋ, ਤੁਸੀਂ ਮੈਂਬਰ ਨਹੀਂ ਵੀ ਬਣ ਸਕਦੇ। ਮੰਨ ਲਓ ਤੁਹਾਡੇ ਸਕੂਲ 'ਚ, ਤੁਹਾਡੀ ਯੂਨੀਵਰਸਿਟੀ ਦੇ ਵਿੱਚ ਕੋਈ ਵਿਦਿਆਰਥੀ ਯੂਨੀਅਨ ਬਣੀ ਹੈ, ਤੁਸੀਂ ਉਹਦਾ ਭਾਗ ਲੈ ਵੀ ਸਕਦੇ ਹੋ, ਨਹੀਂ ਲੈ ਸਕਦੇ। ਮੈਂ ਅਧਿਆਪਕ ਹਾਂ, ਮੈਂ ਕਿਸੇ ਅਧਿਆਪਕ ਦਲ ਦੀ ਮੈਂਬਰ ਬਣ ਵੀ ਸਕਦੀ ਹਾਂ, ਨਹੀਂ ਵੀ ਬਣ ਸਕਦੀ। ਹੁਣ ਕਿਸਾਨ ਧਰਨੇ ਕਰ ਰਹੇ ਨੇ, ਕੁਝ ਇੱਕ ਕਿਸਾਨ ਉਹਨਾਂ ਦੇ ਨਾਲ ਹੋ ਵੀ ਸਕਦੇ ਹਨ ਤੇ ਨਹੀਂ ਵੀ ਹੋ ਸਕਦੇ। ਅਗਲੀ ਗੱਲ, ਇਹ ਚੋਣਾਂ ਨਹੀਂ ਲੜਦੇ। ਬਹੁਤ ਵੱਡਾ ਪੁਆਇੰਟ ਹੈ। ਡੂ ਨਾਟ ਫਾਈਟ ਇਲੈਕਸ਼ਨਸ, ਕਿ ਕੋਈ ਵੀ ਹਿੱਤ ਸਮੂਹ ਜਾਂ ਦਬਾਅ ਸਮੂਹ ਚੋਣਾਂ ਨਹੀਂ ਲੜਦੇ। ਚੋਣਾਂ ਲੜਨਾ, ਚੋਣਾਂ ਜਿੱਤਣਾ, ਚੋਣਾਂ ਜਿੱਤ ਕੇ ਸਰਕਾਰ ਬਣਾਉਣਾ, ਇਹਨਾਂ ਦਾ ਕਦੇ ਵੀ ਉਦੇਸ਼ ਨਹੀਂ ਹੁੰਦਾ। ਤੁਹਾਨੂੰ ਮੈਂ ਪਹਿਲਾਂ ਦੱਸਿਆ ਕਿ ਨਾ ਰਸਮੀ ਪਦਵੀਆਂ 'ਤੇ ਲੱਗੇ ਬਿਨਾਂ, ਭਾਵ ਚੋਣਾਂ ਲੜਨਾ ਇਹਨਾਂ ਦਾ ਕੰਮ ਨਹੀਂ ਹੁੰਦਾ। ਇਹ ਸਰਕਾਰ ਬਣਾਉਣਾ ਕੰਮ ਨਹੀਂ ਹੁੰਦਾ। ਇਹ ਸਰਕਾਰ ਤੋਂ ਬਾਹਰ ਰਹਿ ਕੇ ਆਪਣਾ ਕਾਰਜ ਕਰਦੇ ਹਨ। ਉਸ ਤੋਂ ਨੈਕਸਟ ਹੈ ਗੈਰ ਸੰਵਿਧਾਨਿਕ, ਨੌਨ ਕੌਨਸਟੀਟਿਊਸ਼ਨਲ ਬਾਡੀਜ਼। ਗੈਰ ਸੰਵਿਧਾਨਕ ਦਾ ਮਤਲਬ ਹੈ ਕਿ ਸੰਵਿਧਾਨ ਵੱਲੋਂ ਇਹਨਾਂ ਨੂੰ ਕੋਈ ਪ੍ਰਵਾਨਗੀ ਨਹੀਂ ਦਿੱਤੀ ਹੋਈ ਜਾਂ ਸੰਵਿਧਾਨ ਵਿੱਚ ਕਿਤੇ ਇਹਨਾਂ ਨੂੰ ਮੈਂਸ਼ਨ ਨਹੀਂ ਕੀਤਾ ਹੋਇਆ। ਸਿਰਫ ਇਹ ਹੈ ਸੰਵਿਧਾਨ ਦੇ ਵਿੱਚ ਕਿ ਅਸੀਂ ਇਕੱਠੇ ਹੋ ਸਕਦੇ ਹਾਂ, ਅਸੀਂ ਵਿਚਾਰ ਪ੍ਰਗਟਾ ਸਕਦੇ ਹਾਂ। ਇਸੇ ਆਧਾਰ ਦੇ ਉੱਤੇ ਇਹ ਸੰਗਠਨ ਬਣ ਜਾਂਦੇ ਹਨ। ਸੋ ਇਹ ਸੀ ਇਹਨਾਂ ਦੀਆਂ ਵਿਸ਼ੇਸ਼ਤਾਵਾਂ, ਇਹ ਤੁਸੀਂ ਜ਼ਰੂਰ ਕਰ ਲੈਣੀਆਂ ਨੇ। ਅੱਗੇ ਆ ਗਈਆਂ ਦਬਾਅ ਸਮੂਹਾਂ ਦੀਆਂ ਕਿਸਮਾਂ। ਇਹ ਤੇ ਬੇਟੇ ਕਿਸਮਾਂ ਉੱਤੇ ਬਿੰਦੀ ਪਾ ਲਿਓ ਪਲੀਜ਼, ਸੌਰੀ, ਮਾਫੀ ਚਾਹੁੰਦੀ ਹਾਂ। ਬਹੁਤ ਇੰਪੋਰਟੈਂਟ ਚੀਜ਼ ਅਸੀਂ ਕਰਨ ਲੱਗੇ ਹਾਂ। ਦਬਾਅ ਸਮੂਹ ਦੀਆਂ ਕਈ ਕਿਸਮਾਂ ਹੁੰਦੀਆਂ ਨੇ, ਕਈ ਕਿਸਮਾਂ ਨੇ ਬੇਟੇ ਦਬਾਅ ਸਮੂਹ ਦੀਆਂ। ਇਹ ਧਰਮ ਦੇ ਆਧਾਰ 'ਤੇ ਬਣ ਸਕਦੇ ਆ, ਜਾਤ ਦੇ ਆਧਾਰ 'ਤੇ ਬਣ ਸਕਦੇ ਆ, ਕਈ ਤਰ੍ਹਾਂ ਦੇ ਬਣ ਸਕਦੇ ਆ। ਕੁਛ ਇੱਕ ਕਿਸਮਾਂ ਦੀ ਗੱਲ ਅੱਜ ਮੈਂ ਤੁਹਾਡੇ ਨਾਲ ਕਰਾਂਗੀ। ਆਰਥਿਕ ਦਬਾਅ ਸਮੂਹ। ਆਰਥਿਕ ਦਬਾਅ ਸਮੂਹ, ਆਰਥਿਕ, ਜਿੱਥੇ ਸ਼ਬਦ ਆਰਥਿਕ ਆ ਜਾਂਦਾ ਹੈ, ਜਿੱਥੇ ਸ਼ਬਦ ਆਰਥਿਕ ਆ ਜਾਂਦਾ ਹੈ ਉੱਥੇ ਤੁਸੀਂ 1 ਮਿੰਟ 'ਚ ਫੋਲੋ ਕਰਿਆ ਕਰੋ, ਧਨ ਨਾਲ ਸੰਬੰਧਿਤ, ਸਾਡੇ ਧਨ ਵਾਲੇ ਪੱਖ ਦੇ ਨਾਲ ਸੰਬੰਧਿਤ ਹੈ। ਸੋ ਅਜਿਹੇ ਦਬਾਅ ਸਮੂਹ ਜੋ ਸਾਡੇ ਆਰਥਿਕ ਪੱਖ ਨਾਲ, ਧਨ ਦੇ ਪੱਖ ਨਾਲ ਸੰਬੰਧਿਤ ਹਨ, ਇਹ ਕਿੱਥੇ ਪਾਏ ਜਾਂਦੇ ਹਨ? ਇਹ ਉਦਯੋਗਾਂ ਵਿੱਚ ਵਧੇਰੇ ਪਾਏ ਜਾਂਦੇ ਹਨ, ਇੰਡਸਟਰੀਜ਼ ਦੇ ਵਿੱਚ ਪਾਏ ਜਾਂਦੇ ਹਨ। ਵੈਸੇ ਤਾਂ ਦੇਖੋ ਆਰਥਿਕ ਪੱਖ ਹਰੇਕ ਦਾ ਹੀ ਹੈ, ਠੀਕ ਹੈ। ਦੁਕਾਨਦਾਰਾਂ ਦਾ ਸਮੂਹ, ਇਹ ਵੀ ਆਰਥਿਕ ਵਿੱਚ ਆ ਗਿਆ, ਠੀਕ ਹੈ। ਉਦਯੋਗਪਤੀਆਂ ਦਾ ਇਹ ਵੀ ਆਰਥਿਕ ਵਿੱਚ ਆ ਗਿਆ। ਅੱਜ ਜੇ ਕਿਸਾਨ ਧਰਨੇ ਕਰ ਰਹੇ ਨੇ ਤਾਂ ਕਾਫੀ ਹੱਦ ਤੱਕ ਉਹਨਾਂ ਦਾ ਮੋਟਿਵ ਵੀ ਆਰਥਿਕ ਹੈ। ਜਦੋਂ ਧਨ ਨੂੰ ਲੈ ਕੇ, ਆਰਥਿਕ ਪੱਖ ਨੂੰ ਲੈ ਕੇ ਸਮੂਹ ਬਣਦੇ ਹਨ ਤਾਂ ਉਹਨਾਂ ਨੂੰ ਆਰਥਿਕ ਦਬਾਅ ਸਮੂਹ ਕਿਹਾ ਜਾਂਦਾ ਹੈ। ਦੂਸਰੀ ਗੱਲ, ਗੈਰ ਆਰਥਿਕ ਦਬਾਅ ਸਮੂਹ। ਗੈਰ ਆਰਥਿਕ ਮੈਨੇ ਜਿਨ੍ਹਾਂ ਦਾ ਧਨ ਨਾਲ ਸੰਬੰਧ ਨਹੀਂ ਹੁੰਦਾ, ਜੋ ਕਿਸੇ ਆਰਥਿਕ ਨੀਤੀ ਨੂੰ ਲੈ ਕੇ ਨਹੀਂ ਬਣੇ ਹੁੰਦੇ। ਫੋਰ ਐਗਜ਼ਾਮਪਲ, ਸਿੱਖ ਧਰਮ ਵਾਲਿਆਂ ਨੇ ਆਪਣਾ ਕੋਈ ਸਮੂਹ ਬਣਾ ਲਿਆ, ਹਿੰਦੂ ਧਰਮ ਵਾਲਿਆਂ ਨੇ ਬਣਾ ਲਿਆ, ਬਜਰੰਗ ਦਲ ਬਣ ਗਿਆ, RSS ਬਣ ਗਿਆ, ਸ਼ੁਰੂ 'ਚ ਅਕਾਲੀ ਦਲ ਬਣਿਆ, ਮੁਸਲਿਮ ਮਜਲਿਸ ਬਣਿਆ। ਇਸੇ ਤਰੀਕੇ ਦੇ ਨਾਲ ਜਾਤ ਦੇ ਆਧਾਰ 'ਤੇ
ਜੱਟਾਂ ਨੇ ਸਭਾ ਬਣਾ ਲਈ, ਜਾਟ ਸਭਾ ਬਣਾ ਲਈ, ਰਾਮਦਾਸੀ ਸਭਾ ਬਣਾ ਲਈ, ਅਨੁਸੂਚਿਤ ਜਾਤੀ ਸੰਘ ਬਣਾ ਲਿਆ। ਆਪਣੇ ਧਰਮ ਅਤੇ ਆਪਣੀ ਜਾਤ ਦੇ ਹਿੱਤਾਂ ਦੀ ਰਾਖੀ ਦੇ ਲਈ ਜਦੋਂ ਸਮੂਹ ਬਣਦੇ ਹਨ ਤਾਂ ਉਹਨਾਂ ਨੂੰ ਗੈਰ ਆਰਥਿਕ ਦਬਾਅ ਸਮੂਹ ਕਿਹਾ ਜਾਂਦਾ ਹੈ। ਇਹਦੇ ਵਿੱਚ ਬੱਚੇ ਸਮਾਜਿਕ ਸਮੂਹ ਵੀ ਸਾਰੇ ਇਹਦੇ ਵਿੱਚ ਸ਼ਾਮਲ ਹੁੰਦੇ ਹਨ। ਅਗਲੀ ਅਸੀਂ ਗੱਲ ਕਰਾਂਗੇ ਵਪਾਰਿਕ ਦਬਾਅ ਸਮੂਹ। ਵਪਾਰਿਕ ਮੈਨੇ ਅਜਿਹੇ ਦਬਾਅ ਸਮੂਹ ਜੋ ਵਪਾਰ ਕਰਨ ਵਾਲਿਆਂ ਨਾਲ ਸੰਬੰਧਿਤ ਨੇ, ਵਪਾਰ ਦੇ ਨਾਲ, ਟ੍ਰੇਡ ਦੇ ਨਾਲ। ਇੱਕ ਐਗਜ਼ਾਮਪਲ ਵੀ ਮੈਂ ਤੁਹਾਨੂੰ ਪਾਈ ਹੈ, ਫੈਡਰੇਸ਼ਨ ਆਫ ਇੰਡੀਅਨ ਚੈਂਬਰ ਆਫ ਕਮਰਸ ਐਂਡ ਇੰਡਸਟਰੀਜ਼, ਫਿੱਕੀ, ਬਹੁਤ ਵੱਡੀ ਆਰਗੇਨਾਈਜੇਸ਼ਨ ਹੈ। ਫਿੱਕੀ ਦੀ ਬੇਟੇ ਤੁਹਾਨੂੰ ਫੁੱਲ ਫਾਰਮ ਵੀ ਪੁੱਛੀ ਜਾ ਸਕਦੀ ਹੈ। ਜੇ ਫੁੱਲ ਫਾਰਮ ਨਹੀਂ ਤਾਂ ਵਪਾਰਿਕ ਦਬਾਅ ਸਮੂਹਾਂ ਦੀ ਕੋਈ ਇੱਕ ਉਦਾਹਰਨ ਦਿਓ, ਇਹ ਤੁਹਾਨੂੰ 1 ਨੰਬਰ ਦਾ ਕੁਐਸਚਨ ਵੀ ਆ ਸਕਦਾ ਹੈ। ਜਿਸ ਤਰ੍ਹਾਂ GST ਲੱਗੀ ਤਾਂ ਸਭ ਤੋਂ ਜ਼ਿਆਦਾ ਪ੍ਰਭਾਵ ਕਿਹਨੂੰ ਪਿਆ? ਵਪਾਰਿਕ ਸਮੂਹਾਂ ਨੂੰ। ਜਦੋਂ ਸਰਕਾਰ ਕੋਈ ਕਾਨੂੰਨ ਪਾਸ ਕਰਦੀ ਹੈ ਜੋ ਧਨ ਨਾਲ ਸੰਬੰਧਿਤ ਹਨ, ਟ੍ਰੇਡ ਨਾਲ ਸੰਬੰਧਿਤ ਹਨ, ਕੋਈ ਟੈਕਸਿਸ ਲੱਗ ਸਕਦੇ ਹਨ, ਕੋਈ ਮਨੀ ਦੇ ਨਾਲ ਸੰਬੰਧਿਤ ਹੋ ਸਕਦੇ ਹਨ, ਵਪਾਰ ਦੇ ਉੱਤੇ ਕਈ ਤਰੀਕੇ ਦੀਆਂ ਰੋਕਾਂ ਲੱਗ ਸਕਦੀਆਂ ਹਨ, ਰੋਕਾਂ ਹਟ ਸਕਦੀਆਂ ਹਨ। ਜਦੋਂ ਵਪਾਰ ਦੇ ਉਦੇਸ਼ ਨੂੰ ਲੈ ਕੇ ਸਮੂਹ ਬਣਦੇ ਹਨ ਤਾਂ ਉਹਨਾਂ ਨੂੰ ਵਪਾਰਿਕ ਦਬਾਅ ਸਮੂਹ ਕਿਹਾ ਜਾਂਦਾ ਹੈ। ਇਹਦੀ ਐਗਜ਼ਾਮਪਲ ਵੀ ਇੱਕ ਤੁਹਾਨੂੰ ਮੈਂ ਫਿੱਕੀ ਦੀ ਪਾਤੀ ਹੈ, ਇਹ ਤੁਸੀਂ ਯਾਦ ਰੱਖਣਾ ਹੈ। ਫੈਡਰੇਸ਼ਨ ਆਫ ਇੰਡੀਅਨ ਚੈਂਬਰ ਆਫ ਕਮਰਸ ਐਂਡ ਇੰਡਸਟਰੀ, ਪੂਰੇ ਦੇਸ਼ ਦਾ। ਉਸ ਤੋਂ ਅੱਗੇ ਆ ਗਏ ਕੀਰਤੀ ਦਬਾਅ ਸਮੂਹ। ਕੀਰਤੀ ਦੇ ਵਿੱਚ ਆਲ ਇੰਡੀਆ ਲੇਬਰ ਆਰਗੇਨਾਈਜੇਸ਼ਨ। ਦੇਖੋ ਬੇਟੇ, ਇੱਕ ਮੈਂ ਤੁਹਾਨੂੰ ਹੋਰ ਗੱਲ ਕੀ ਦੱਸਣਾ ਚਾਹੁੰਦੀ ਹਾਂ ਕਿ ਜਿਹੜੇ ਇਹ ਪ੍ਰੈਸ਼ਰ ਗਰੁੱਪਸ ਨੇ ਇਹ ਕਿਸੇ ਵੀ ਸਤਰ 'ਤੇ ਹੋ ਸਕਦੇ ਨੇ। ਤੁਹਾਡੇ ਪਿੰਡ ਦੇ ਵਿੱਚ ਵੀ ਇੱਕ ਪ੍ਰੈਸ਼ਰ ਗਰੁੱਪ ਬਣ ਸਕਦਾ ਹੈ, ਪਿੰਡ ਦੇ ਵਿੱਚ ਸੁਧਾਰ ਕਰਨ ਲਈ ਬਣ ਸਕਦਾ ਹੈ, ਪਿੰਡ ਦੀਆਂ ਮੰਗਾਂ ਮਨਾਉਣ ਲਈ ਬਣ ਸਕਦਾ ਹੈ, ਕੋਈ ਯੁਵਾ ਕਲੱਬ ਬਣ ਸਕਦਾ ਹੈ। ਸਾਡੇ ਆਪਣੇ ਪਿੰਡ ਦੇ ਵਿੱਚ ਗੁਰੂ ਨਾਨਕ ਕਲੱਬ ਇੱਕ ਮੁੰਡਿਆਂ ਨੇ ਬਣਾਇਆ ਹੋਇਆ, ਬਹੁਤ ਕੰਮ ਕਰਦੇ ਨੇ। ਸੋ ਇਸ ਤਰੀਕੇ ਦੇ ਨਾਲ ਇਹਨਾਂ ਦਾ ਰਾਜ ਪੱਧਰ 'ਤੇ ਵੀ ਬਣ ਸਕਦਾ ਹੈ। ਪੰਜਾਬ ਦੇ ਸਮੂਹ ਅਲੱਗ ਹੋ ਸਕਦੇ ਹਨ। ਭਾਰਤ ਪੱਧਰ 'ਤੇ ਆਲ ਇੰਡੀਆ ਮੈਨੇ ਸਾਰੇ ਭਾਰਤ ਦਾ ਸਾਂਝਾ। ਸੋ ਇਹਨਾਂ ਦੇ ਜਿੱਦਾਂ ਆਪਾਂ ਕਹਿ ਸਕਦੇ ਹਾਂ, ਇੱਕ ਚੀਜ਼ ਛੋਟੇ ਪੱਧਰ 'ਤੇ ਵੀ ਹੋ ਸਕਦੀ ਹੈ, ਉਸ ਤੋਂ ਵੱਡੇ ਪੱਧਰ 'ਤੇ ਵੀ ਹੋ ਸਕਦੀ, ਸਭ ਤੋਂ ਵੱਡੇ ਪੱਧਰ 'ਤੇ ਵੀ ਹੋ ਸਕਦੀ ਹੈ। ਸੋ ਇਸੇ ਤਰੀਕੇ ਦੇ ਨਾਲ ਕੁਛ ਇੱਕ ਪ੍ਰੈਸ਼ਰ ਗਰੁੱਪਸ ਅਜਿਹੇ ਵੀ ਹੋ ਸਕਦੇ ਹਨ ਜਿਹੜੇ ਸਿਰਫ ਪੰਜਾਬ ਵਿੱਚ ਹੋਣ, ਜਿਹੜੇ ਸਿਰਫ ਹਰਿਆਣੇ ਦੇ ਹੋਣ, ਜਿਹੜੇ ਸਿਰਫ UP ਦੇ ਹੋਣ, ਜਿਹੜੇ ਸਿਰਫ ਬਿਹਾਰ ਦੇ ਹੋਣ। ਕੁਛ ਇੱਕ ਪ੍ਰੈਸ਼ਰ ਗਰੁੱਪਸ ਇਹੋ ਜਿਹੇ ਹੋ ਸਕਦੇ ਆ ਜਿਹੜੇ ਸਾਰੇ ਭਾਰਤ ਦੇ ਸਾਂਝੇ ਵੀ ਹੋਣ। ਮੈਂ ਤੁਹਾਨੂੰ ਐਗਜ਼ਾਮਪਲਸ ਪਾ ਰਹੀ ਹਾਂ। ਆਲ ਇੰਡੀਆ ਲੇਬਰ ਆਰਗੇਨਾਈਜੇਸ਼ਨ, ਇਹਦਾ ਕੰਮ ਕੀ ਹੋਏਗਾ? ਕਿਰਤੀਆਂ ਦੇ ਲੇਬਰਰਸ ਦੇ ਹਿੱਤਾਂ ਦੀ ਰਾਖੀ ਕਰਨੀ। ਇਸੇ ਤਰੀਕੇ ਦੇ ਨਾਲ ਹੋਰ ਮੈਂ ਇੱਕ ਐਗਜ਼ਾਮਪਲ ਪਾਈ ਹੈ, ਇੰਡੀਅਨ ਵਰਕਰਸ ਐਸੋਸੀਏਸ਼ਨ ਇਨ ਇੰਗਲੈਂਡ। ਇੰਗਲੈਂਡ ਵਿੱਚ ਜਿਹੜੇ ਭਾਰਤ ਦੇ ਕਾਮੇ ਨੇ, ਭਾਰਤ ਦੇ ਲੋਕ ਜਿਹੜੇ ਇੰਗਲੈਂਡ ਵਿੱਚ ਕੰਮ ਕਰਦੇ ਹਨ, ਉਹਨਾਂ ਨੇ ਆਪਣੀ ਇੱਕ ਸਮੂਹ ਬਣਾਇਆ ਹੈ, ਦੈਟ ਇਜ਼ ਕਾਲਡ ਇੰਡੀਅਨ ਵਰਕਰਸ ਐਸੋਸੀਏਸ਼ਨ ਇਨ ਇੰਗਲੈਂਡ। ਠੀਕ ਇਸੇ ਤਰੀਕੇ ਦੇ ਨਾਲ ਕੈਨੇਡਾ ਦੇ ਵਿੱਚ ਤੁਸੀਂ ਦੇਖੋ ਭਾਰਤੀਆਂ ਨੇ ਸਮੂਹ ਬਣਾਏ ਹੋਏ ਹਨ। ਸੋ ਜਦੋਂ ਸਾਂਝੇ ਹਿੱਤਾਂ ਵਾਲੇ ਲੋਕ ਇਕੱਠੇ ਹੋ ਕੇ ਕੋਈ ਸਮੂਹ ਬਣਾ ਲੈਂਦੇ ਹਨ ਤਾਂ ਉਸ ਨੂੰ ਅਸੀਂ ਹਿੱਤ ਸਮੂਹ ਜਾਂ ਦਬਾਅ ਸਮੂਹ ਦਾ ਨਾਮ ਦੇ ਦਿੰਦੇ ਹਾਂ। ਸੋ ਕੀਰਤੀ ਦਬਾਅ ਸਮੂਹ, ਐਗਜ਼ਾਮਪਲਸ ਮੈਂ ਤੁਹਾਨੂੰ ਦੇ ਦਿੱਤੀਆਂ। ਉਸ ਤੋਂ ਅੱਗੇ ਆ ਗਿਆ ਖੇਤੀ ਦਬਾਅ ਸਮੂਹ। ਖੇਤੀ ਦਬਾਅ ਸਮੂਹ ਮੈਨੇ ਅਜਿਹੇ ਦਬਾਅ ਸਮੂਹ ਜੋ ਖੇਤੀ ਨਾਲ, ਕਿਸਾਨਾਂ ਨਾਲ ਸੰਬੰਧਿਤ ਨੇ। ਇਹ ਤਾਂ ਹੁਣ ਮੈਨੂੰ ਲੱਗਦਾ ਰੀਸੈਂਟ ਐਗਜ਼ਾਮਪਲਸ, ਹੁਣ ਆਪਣੇ ਕੋਲ ਬਹੁਤ ਐਗਜ਼ਾਮਪਲਸ ਨੇ। ਇਸ ਵੇਲੇ ਅੱਜ ਭਾਰਤ ਦੇ ਵਿੱਚ ਦਿੱਲੀ 'ਚ ਤੁਸੀਂ ਦੇਖੋ ਸਾਰੇ ਸਟੇਟਸ ਦੀਆਂ ਜੋ ਕਿਸਾਨ ਆਰਗੇਨਾਈਜੇਸ਼ਨਸ ਨੇ ਉਹ ਧਰਨੇ ਕਰ ਰਹੇ ਹਨ। ਖੇਤੀ ਬਿੱਲ ਦੇ ਸੰਬੰਧ ਦੇ ਵਿੱਚ ਸਰਕਾਰ ਅੱਗੇ ਮੰਗਾਂ ਰੱਖੀਆਂ ਜਾ ਰਹੀਆਂ ਹਨ। ਖੇਤੀ ਬਿੱਲ ਨੂੰ ਚੇਂਜ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਕਿਤੇ ਨਾ ਕਿਤੇ ਕਿਸਾਨਾਂ ਨੂੰ ਇਹ ਲੱਗ ਰਿਹਾ ਹੈ ਕਿ ਇਹ ਬਿੱਲ ਸਾਡੇ ਪੱਖ ਵਿੱਚ ਨਹੀਂ ਹੈ। ਸੋ ਅਜਿਹਾ ਹੋ ਸਕਦਾ ਹੈ। ਕਈ ਵਾਰ ਸਰਕਾਰ ਕੁਝ ਨਿਰਣੇ ਲੈਂਦੀ ਹੈ, ਵਿਦਿਆਰਥੀਆਂ ਸੰਬੰਧੀ ਨਿਰਣੇ ਲਏ ਜਾਂਦੇ ਆ, ਅਧਿਆਪਕਾਂ ਸੰਬੰਧੀ। ਉਹਨਾਂ ਨੂੰ ਲੱਗਦਾ ਹੈ ਕਿ ਇਹ ਨਿਰਣੇ ਤਾਂ ਸਾਡੇ ਹੱਕ ਵਿੱਚ ਨਹੀਂ ਹਨ, ਇਹ ਸਾਡੇ ਖਿਲਾਫ ਹਨ। ਤਾਂ ਉਹ ਕੀ ਕਰ ਸਕਦੇ ਹਨ? ਸਰਕਾਰ ਦੇ ਖਿਲਾਫ ਧਰਨੇ ਦੇ ਸਕਦੇ ਹਨ, ਰੈਲੀਆਂ ਕੱਢ ਸਕਦੇ ਹਨ, ਪ੍ਰਦਰਸ਼ਨ ਕਰ ਸਕਦੇ ਹਨ, ਸਰਕਾਰ ਨੂੰ ਬਿਨੇ ਪੱਤਰ ਦੇ ਸਕਦੇ ਹਨ, ਆਪਣੀਆਂ ਮੰਗਾਂ ਸਰਕਾਰ ਅੱਗੇ ਰੱਖ ਸਕਦੇ ਹਨ ਅਤੇ ਆਪਣਾ ਪੱਖ ਮਨਵਾ ਸਕਦੇ ਹਨ। ਸੋ ਖੇਤੀ ਦੇ ਨਾਲ ਅਖਿਲ ਭਾਰਤੀ ਕਿਸਾਨ ਯੂਨੀਅਨ, ਅਖਿਲ ਭਾਰਤੀ ਮੀਨਸ ਸਾਰੇ ਭਾਰਤ ਦੀ। ਇਸੇ ਤਰੀਕੇ ਨਾਲ ਪੰਜਾਬ ਕਿਸਾਨ ਯੂਨੀਅਨ। ਹੁਣ ਪੰਜਾਬ ਵਿੱਚ ਇੱਕ ਕਿਸਾਨ ਯੂਨੀਅਨ ਨਹੀਂ ਹੋਏਗੀ, ਇਹ ਵੀ ਜ਼ਰੂਰੀ ਨਹੀਂ ਹੈ ਕਿ ਸਾਰੇ ਪੰਜਾਬ ਦੀ ਇੱਕ ਹੋਏਗੀ। ਕਿੰਨੇ ਹੋ ਸਕਦਾ ਕੁਛ ਇੱਕ ਕਿਸਾਨ ਰਲ ਕੇ ਇੱਕ ਬਣਾ ਲੈਣ, ਦੂਸਰਿਆਂ ਦਾ ਵਿਚਾਰ ਨਾ ਮਿਲਦਾ ਹੋਵੇ ਆਪਣੀਆਂ ਅਲੱਗ ਬਣਾ ਲੈਣ। ਸੋ ਇਸ ਤਰੀਕੇ ਦੇ ਨਾਲ ਖੇਤੀ ਦੀਆਂ, ਕਿਸਾਨਾਂ ਦੀਆਂ ਯੂਨੀਅਨਸ ਹੋ ਸਕਦੀਆਂ ਹਨ।
ਉਸ ਤੋਂ ਅੱਗੇ ਆ ਗਏ ਬੇਟੇ ਸੰਪਰਦਾਇਕ ਅਤੇ ਧਾਰਮਿਕ ਸਮੂਹ। ਜਿਵੇਂ ਮੈਂ ਤੁਹਾਨੂੰ ਸ਼ੁਰੂ 'ਚ ਦੱਸਿਆ ਸੀ, ਸੰਪਰਦਾਇਕ ਮੈਨੇ ਧਰਮ ਦੇ ਆਧਾਰ ਦੇ ਉੱਤੇ ਯੂਨੀਅਨ ਬਣ ਸਕਦੀਆਂ ਹਨ। ਜਿਸ ਤਰ੍ਹਾਂ ਸਨਾਤਨ ਧਰਮ ਸਭਾ, ਤੁਸੀਂ ਸਨਾਤਨ ਧਰਮ ਮੰਦਿਰ ਵੀ ਮੈਨੂੰ ਲੱਗਦਾ ਹਰੇਕ ਸ਼ਹਿਰ ਦੇ ਵਿੱਚ ਹੋਏਗਾ। ਸਨਾਤਨ ਧਰਮ ਉਹਨਾਂ ਦਾ ਕੰਮ ਕੀ ਹੈ? ਹਿੰਦੂ ਧਰਮ ਸਨਾਤਨ ਧਰਮ ਦੇ ਹਿੱਤਾਂ ਦੀ ਰਾਖੀ ਕਰਨਾ। ਸਿੱਖ ਫੋਰਮ, ਖਾਲਸਾ ਏਡ ਬਾਰੇ ਤੁਸੀਂ ਖਾਲਸਾ ਏਡ ਦੀ ਨਾਮ ਸੁਣਿਆ? ਖਾਲਸਾ ਏਡ ਬਹੁਤ ਵੱਡਾ ਇੱਕ ਸਿੱਖਾਂ ਦਾ ਸੰਗਠਨ ਹੈ। that was not ਹਿੱਤ ਸਮੂਹ, that was not ਪ੍ਰੈਸ਼ਰ ਗਰੁੱਪ। ਨਾ ਉਹ ਹਿੱਤ ਸਮੂਹ ਹੈ, ਨਾ ਉਹ ਪ੍ਰੈਸ਼ਰ ਗਰੁੱਪ ਹੈ, ਪਰ ਕਾਫੀ ਹੱਦ ਤੱਕ ਉਹ ਹਿੱਤ ਸਮੂਹ ਹੈ। ਕਿਉਂ? ਕਿਉਂਕਿ ਜਿੱਥੇ ਲੋੜ ਹੁੰਦੀ ਹੈ ਉਹਨਾਂ ਲੋਕਾਂ ਨੇ ਸਮੂਹ ਹੀ ਇਸ ਤਰੀਕੇ ਨਾਲ ਬਣਾਇਆ ਹੈ ਕਿ ਜਿੱਥੇ ਵੀ ਸੰਸਾਰ ਵਿੱਚ ਲੋਕਾਂ ਨੂੰ ਭੁੱਖਮਰੀ ਆ ਗਈ, ਜੰਗ ਛਿੜ ਗਈ, ਬਿਮਾਰੀ ਫੈਲ ਗਈ, ਕੁਝ ਵੀ ਹੋ ਗਿਆ, ਕਿਤੇ ਲੰਗਰ ਪਹੁੰਚਾਉਣਾ, ਪੈਸਾ ਪਹੁੰਚਾਉਣਾ, ਦਵਾਈਆਂ ਪਹੁੰਚਾਉਣੀਆਂ, ਉਹ ਸਮੂਹ ਦਾ ਕੰਮ ਹੀ ਇਹ ਹੈ। ਉਹ ਇੱਕ ਚੰਗੇ ਉਦੇਸ਼ ਨੂੰ ਲੈ ਕੇ ਉਹਨਾਂ ਨੇ ਸਮੂਹ ਬਣਾਇਆ ਹੋਇਆ ਹੈ ਅਤੇ ਉਹ ਆਪਣਾ ਸਮੂਹ ਜਿੱਥੇ ਲੋੜ ਹੋਵੇ ਲੋਕਾਂ ਨੂੰ, ਲੋੜਵੰਦਾਂ ਨੂੰ ਪੂਰੇ ਸੰਸਾਰ ਵਿੱਚ ਮਦਦ ਕਰਦੇ ਹਨ। ਸੋ ਇਸ ਤਰੀਕੇ ਦੇ ਸਮੂਹ ਵੀ ਬਣ ਸਕਦੇ ਹਨ। ਮੁਸਲਿਮ ਮਜਲਿਸ, ਮੁਸਲਮਾਨਾਂ ਦੇ ਵੀ ਸਮੂਹ ਹੋ ਸਕਦੇ ਹਨ। ਈਸਾਈ ਲੋਕ ਆਪਣੇ ਸਮੂਹ ਬਣਾ ਸਕਦੇ ਹਨ, ਜੈਨੀ ਬਣਾ ਸਕਦੇ ਹਨ, ਬੌਧੀ ਬਣਾ ਸਕਦੇ ਹਨ, ਪਾਦਰੀ ਬਣਾ ਸਕਦੇ ਹਨ। ਠੀਕ ਹੈ, ਇਸ ਤਰੀਕੇ ਦੇ ਜਦੋਂ ਧਰਮ ਦੇ ਆਧਾਰ ਦੇ ਉੱਤੇ ਸਮੂਹ ਬਣੇ ਹੋਣ। ਇਹ ਬੱਚੇ ਐਗਜ਼ਾਮਪਲਸ ਤੁਹਾਨੂੰ ਤਾਂ ਯਾਦ ਰੱਖਣੀਆਂ ਪੈਣੀਆਂ ਕਿਉਂਕਿ ਆਪਾਂ ਨੂੰ ਮਾਰਕਸ ਵੀ ਆਪਾਂ ਨੇ ਲੈਣੇ ਹੁੰਦੇ ਹਨ। ਸੋ ਮਾਰਕਸ ਲੈਣ ਦੇ ਲਈ ਤੁਹਾਨੂੰ ਆ ਜਾਂਦਾ ਹੈ ਜੀ, ਸੰਪਰਦਾਇਕ ਹਿੱਤ ਸਮੂਹ ਦੀਆਂ 2 ਉਦਾਹਰਨਾਂ ਦਿਓ, ਖੇਤੀ ਦਬਾਅ ਸਮੂਹਾਂ ਦੀ ਉਦਾਹਰਨਾਂ ਦਿਓ, ਜਾਂ ਆਰਥਿਕ ਦਬਾਅ ਸਮੂਹਾਂ ਦੀ ਉਦਾਹਰਨਾਂ ਦਿਓ, ਇੱਕ ਵਪਾਰਿਕ ਸਮੂਹ ਦੀ ਉਦਾਹਰਨ ਦਿਓ। ਸੋ ਜਦੋਂ ਅਸੀਂ ਐਗਜ਼ਾਮਪਲਸ, ਮੈਂ ਤਾਂ ਵਾਰ-ਵਾਰ ਜ਼ੋਰ ਪਾ ਰਹੀ ਹਾਂ ਐਗਜ਼ਾਮਪਲ ਦੇ ਉੱਤੇ ਕਿਉਂਕਿ ਅਸੀਂ ਨੰਬਰ ਵੀ ਲੈਣੇ ਨੇ, ਅਸੀਂ ਗਿਆਨ ਵੀ ਲੈਣਾ ਹੈ, ਗਿਆਨ ਦੇ ਨਾਲ ਨਾਲ ਅਸੀਂ ਨੰਬਰ ਵੀ ਲੈਣੇ ਨੇ। ਸੋ ਇਹ ਐਗਜ਼ਾਮਪਲ ਤੁਸੀਂ ਜ਼ਰੂਰ ਯਾਦ ਰੱਖਣਾ। ਉਸ ਤੋਂ ਅੱਗੇ ਆ ਗਿਆ ਜਾਤੀ ਦਬਾਅ ਸਮੂਹ। ਮੈਂ ਸ਼ੁਰੂ 'ਚ ਤੁਹਾਨੂੰ ਦੱਸ ਕੇ ਹਟੀ ਹਾਂ, ਜਿਹੜੇ ਆਰਥਿਕ ਨਹੀਂ ਹੁੰਦੇ। ਜਾਟ ਸਭਾ ਬਣ ਸਕਦੀ ਹੈ, ਰਾਜਪੂਤ ਸਭਾ ਬਣ ਸਕਦੀ ਹੈ, ਅਨੁਸੂਚਿਤ ਜਾਤੀਆਂ ਦਾ ਸੰਘ ਬਣ ਸਕਦਾ ਹੈ, ਕੋਈ ਵੀ ਬਣ ਸਕਦਾ ਹੈ। ਉਸ ਤੋਂ ਅੱਗੇ ਆ ਗਏ ਪੇਸ਼ਾਵਰ ਦਬਾਅ ਸਮੂਹ। ਪ੍ਰੋਫੈਸ਼ਨਲ, ਪੇਸ਼ਾ ਕੀ ਹੈ? ਕੋਈ ਵੀ ਪੇਸ਼ਾ ਹੋ ਸਕਦਾ। ਕਿਸੇ ਦਾ ਪੇਸ਼ਾ ਮਜ਼ਦੂਰੀ ਹੋ ਸਕਦਾ ਹੈ, ਠੀਕ ਹੈ, ਕਿਸੇ ਦਾ ਪੇਸ਼ਾ ਕਿਸਾਨੀ ਹੋ ਸਕਦਾ ਹੈ, ਕੋਈ ਬਾਰ ਆਲ ਇੰਡੀਆ ਬਾਰ ਐਸੋਸੀਏਸ਼ਨ ਹੋ ਸਕਦੀ ਹੈ, ਵਕੀਲਾਂ ਦਾ ਸੰਘ ਹੋ ਸਕਦਾ ਹੈ, ਸਕੂਲ ਦੇ ਟੀਚਰਸ ਦਾ ਸੰਘ ਹੋ ਸਕਦਾ, ਅਧਿਆਪਕਾਂ ਦਾ ਹੋ ਸਕਦਾ ਹੈ, ਪੰਜਾਬ ਐਂਡ ਚੰਡੀਗੜ੍ਹ ਟੀਚਰ ਯੂਨੀਅਨ, ਇਹ ਇਕੱਲੇ ਪੰਜਾਬ ਹੈ ਅਤੇ ਚੰਡੀਗੜ੍ਹ ਦੇ ਕਾਲਜ ਟੀਚਰਸ ਨੇ ਆਪਣਾ ਸੰਗਠਨ ਬਣਾਇਆ। ਕਾਲਜ ਸਟੂਡੈਂਟ ਯੂਨੀਅਨ, ਸਟੂਡੈਂਟਸ ਆਪਣਾ ਸੰਗਠਨ ਬਣਾ ਸਕਦੇ ਹੈ। ਆਲ ਇੰਡੀਆ ਨਰਸ ਐਸੋਸੀਏਸ਼ਨ, ਨਰਸਿਸ ਬਣਾ ਸਕਦੀਆਂ। ਹੁਣ ਤੁਸੀਂ ਦੇਖੋ ਕਰੋਨਾ ਦੇ ਸਮੇਂ ਵਿੱਚ ਜਦੋਂ ਹਸਪਤਾਲਾਂ 'ਚ ਲੋੜ ਪਈ ਤਾਂ ਨਰਸਾਂ ਦੀਆਂ ਯੂਨੀਅਨਸ ਨੇ ਆਪਣੀਆਂ ਨਰਸਾਂ ਦੇ ਲਈ ਕੁਛ ਇੱਕ ਸਹੂਲਤਾਵਾਂ ਅਤੇ ਕੁਛ ਇੱਕ ਸੁਰੱਖਿਆ ਸਰਕਾਰ ਤੋਂ ਮੰਗੀ। ਡਾਕਟਰਸ ਬਣਾ ਸਕਦੇ ਹਨ, ਅਧਿਆਪਕ ਬਣਾ ਸਕਦੇ ਹਨ, ਵਕੀਲ ਬਣਾ ਸਕਦੇ ਹਨ। ਕੋਈ ਵੀ ਪ੍ਰੋਫੈਸ਼ਨ ਵਾਲਾ ਜਦੋਂ ਆਪਣੇ ਪੇਸ਼ੇ ਨੂੰ ਲੈ ਕੇ ਸਮੂਹ ਬਣਾਉਂਦਾ ਹੈ ਤਾਂ ਉਹ ਪੇਸ਼ਾਵਰ ਦਬਾਅ ਸਮੂਹ ਦਾ ਨਾਮ ਲੈਂਦਾ ਹੈ। ਅੱਗੇ ਆ ਗਿਆ ਉਦੇਸ਼ ਦਬਾਅ ਸਮੂਹ। ਉਦੇਸ਼ ਦਬਾਅ ਸਮੂਹ ਜਿਹੜੇ ਕਿਸੇ ਖਾਸ ਉਦੇਸ਼ ਦੀ ਪੂਰਤੀ ਲਈ ਬਣੇ ਹੁੰਦੇ ਹਨ। ਮੈਂ ਤੁਹਾਨੂੰ ਦੱਸਿਆ ਸੀ ਕਿ ਨਸ਼ਿਆਂ ਦੇ ਵਿਰੋਧੀ ਸਮੂਹ ਬਣੇ ਹੋਏ ਹਨ, ਉਹਨਾਂ ਦਾ ਕੰਮ ਕੀ ਹੈ? ਸਮਾਜ ਵਿੱਚੋਂ ਨਸ਼ੇ ਨੂੰ ਖਤਮ ਕਰਨਾ। ਦਹੇਜ ਵਿਰੋਧੀ ਸਮੂਹ ਬਣੇ ਹੋਏ ਹਨ, ਉਹਨਾਂ ਦਾ ਮੁੱਖ ਕੰਮ ਕੀ ਹੈ? ਸਮਾਜ ਵਿੱਚ ਦਹੇਜ ਦੀ ਬਿਮਾਰੀ ਨੂੰ ਖਤਮ ਕਰਨਾ। ਭ੍ਰਸ਼ਟਾਚਾਰ ਵਿਰੋਧੀ ਸਮੂਹ ਬਣੇ ਹੋਏ ਹਨ। ਜੋ ਆਮ ਆਦਮੀ ਪਾਰਟੀ ਹੈ, ਅੰਨਾ ਹਜ਼ਾਰੇ ਜੀ ਤੋਂ ਸ਼ੁਰੂ ਹੋਈ ਸੀ, ਉਹ ਸ਼ੁਰੂ ਵਿੱਚ ਭ੍ਰਸ਼ਟਾਚਾਰ ਦੇ ਵਿਰੁੱਧ ਹੀ ਇੱਕ ਸੰਗਠਨ ਬਣਿਆ ਸੀ। ਰੇਪ, ਸਾਡੇ ਸਮਾਜ ਵਿੱਚ ਜਿਵੇਂ ਰੇਪ ਫੈਲ ਰਿਹਾ, ਸੋ ਇਸਤਰੀਆਂ ਨੇ ਕਈ ਤਰੀਕੇ ਦੇ ਇਸਤਰੀਆਂ ਦੇ ਸਮੂਹ ਬਣੇ ਹੋਏ ਨੇ, ਸਮਾਜ ਦੇ ਸਮੂਹ ਬਣੇ ਹੋਏ ਹਨ ਜੋ ਰੇਪ ਵਰਗੀ ਮਾੜੀ ਜੋ ਬੁਰਾਈ ਹੈ ਉਸ ਨੂੰ ਖਤਮ ਕਰਨਾ ਚਾਹੁੰਦੇ ਹਨ। ਸੋ ਜਦੋਂ ਕੋਈ ਸਮੂਹ ਉਦੇਸ਼ ਨੂੰ ਲੈ ਕੇ ਬਣਦਾ ਹੈ ਤਾਂ ਉਸ ਨੂੰ ਉਦੇਸ਼ ਦਬਾਅ ਸਮੂਹ ਦਾ ਨਾਮ ਦਿੱਤਾ ਜਾਂਦਾ ਹੈ। ਅੱਗੇ ਆ ਗਿਆ ਅਨਿਯਮਿਤ ਦਬਾਅ ਸਮੂਹ। ਹੁਣ ਤੁਸੀਂ ਨਾਮ ਹੀ ਦੇਖੋ, ਅਨਿਯਮਿਤ। ਅਨਿਯਮਿਤ ਮੈਨੇ ਜੋ ਨਿਯਮ ਦੇ ਅਨੁਸਾਰ ਨਹੀਂ ਹਨ। ਰੱਟਾ ਨਹੀਂ ਮਾਰਨਾ, ਆਪਾਂ ਨੇ ਰੱਟਾ ਬਿਲਕੁਲ ਨਹੀਂ ਮਾਰਨਾ। ਅਨਿਯਮਿਤ ਮੈਨੇ ਜੋ ਨਿਯਮਾਂ ਦੇ ਅਨੁਸਾਰ ਨਹੀਂ ਹਨ। ਇਹ ਕਿਹੜੇ ਦਬਾਅ ਸਮੂਹ ਹੁੰਦੇ ਹਨ? ਜੋ ਅਚਾਨਕ ਵਾਪਰਨ ਵਾਲੀਆਂ ਘਟਨਾਵਾਂ ਦਾ ਨਤੀਜਾ। ਫਾਰ ਐਗਜ਼ਾਮਪਲ, ਵਿਦਿਆਰਥੀ ਚੁੱਪ ਕਰਕੇ ਹੜਤਾਲ ਕਰ ਰਹੇ ਹਨ, ਉਹਨਾਂ ਦਾ ਉਦੇਸ਼ ਸਿਰਫ ਹੜਤਾਲ ਕਰਨਾ ਹੈ, ਪ੍ਰਦਰਸ਼ਨ ਕਰਨਾ ਹੈ, ਨਾਅਰੇ ਲਗਾਉਣਾ ਸੀ। ਅਚਾਨਕ ਪੁਲਿਸ ਨੇ ਉਹਨਾਂ 'ਤੇ ਕਾਬੂ ਪਾਉਣ ਦਾ ਯਤਨ ਕੀਤਾ, ਪੁਲਿਸ ਨੇ ਅਥਰੂ ਗੈਸ ਛੱਡਤੀ, ਇੱਕ ਅੱਧੇ ਵਿਦਿਆਰਥੀ ਨੂੰ ਕਿਤੇ ਡੰਡਾ ਮਾਰਨਾ ਪੈ ਗਿਆ, ਉੱਥੇ ਝਗੜਾ ਹੋ ਗਿਆ, ਵਿਦਿਆਰਥੀਆਂ ਨੇ ਅੱਗਾਂ ਲਾਤੀਆਂ, ਬੱਸਾਂ ਸਾੜਤੀਆਂ। ਕੀ ਹੈ? ਇੱਕਦਮ ਹਾਲਾਤ ਦੇ ਅਨੁਸਾਰ ਉਹ ਕੀ ਬਣ ਗਿਆ? ਅਨਿਯਮਿਤ ਦਬਾਅ ਸਮੂਹ। ਅੱਜ ਦਿੱਲੀ 'ਚ ਕਿਸਾਨ ਬੈਠੇ ਨੇ, ਉਹ ਸ਼ਾਂਤੀਪੂਰਨ ਤਰੀਕੇ ਦੇ ਨਾਲ ਪ੍ਰਦਰਸ਼ਨ ਕਰ ਰਹੇ ਨੇ। ਰੱਬ ਨਾ ਕਰੇ ਉੱਥੇ ਕੋਈ ਘਟਨਾ ਵਾਪਰ ਜਾਂਦੀ ਹੈ, ਉੱਥੇ ਹਿੰਸਾ ਹੋ ਜਾਂਦੀ ਹੈ, ਪੁਲਿਸ ਵੱਲੋਂ ਕੁਛ ਕੀਤਾ ਜਾ ਸਕਦਾ ਹੈ, ਸਰਕਾਰਾਂ ਵੱਲੋਂ ਕੀਤਾ ਜਾ ਸਕਦਾ ਹੈ, ਅੱਗੋਂ ਕਿਸਾਨਾਂ ਵੱਲੋਂ ਕੀਤਾ ਜਾ ਸਕਦਾ ਹੈ।
ਉੱਥੇ ਕੁਝ ਵੀ ਗਲਤ ਹੋ ਜਾਏਗਾ ਤਾਂ ਦੈਟ ਇਜ਼ ਕਾਲਡ ਅਨਿਯਮਿਤ ਦਬਾਅ ਸਮੂਹ। ਜੋ ਅਚਾਨਕ ਘਟਨਾ ਵਾਪਰ ਜਾਂਦੀ ਹੈ ਉਹਦਾ ਨਤੀਜਾ ਹੁੰਦਾ ਹੈ। ਸੋ ਇਹ ਇੱਕ ਵਾਰੀ ਮੈਂ ਥੋੜ੍ਹਾ ਜਿਹਾ ਚੈਪਟਰ ਤੁਹਾਡਾ ਰਿਪੀਟ ਕਰਾਂਗੀ। ਸੈਕਿੰਡ ਚੈਪਟਰ ਦੇ ਵਿੱਚ ਵੀ ਅਸੀਂ ਗੱਲ ਕਰਾਂਗੇ ਬਿਲਕੁਲ ਨਾਲ ਮਿਲਦੇ ਜੁਲਦੇ ਵਿਸ਼ੇ ਦੇ ਨਾਲ। ਇੱਕ ਵਾਰੀ ਬੇਟੇ ਫਿਰ ਮੈਂ ਤੁਹਾਨੂੰ ਥੋੜ੍ਹਾ ਜਿਹਾ ਸ਼ੁਰੂ ਤੋਂ ਦੱਸਣਾ ਚਾਹਾਂਗੀ। ਤੁਸੀਂ ਨੋਟ ਕਰ ਲਓ ਕਿ ਅਜਿਹੇ ਸਮੂਹ ਜੋ ਸਾਂਝੇ ਹਿੱਤਾਂ ਨੂੰ ਲੈ ਕੇ ਬਣੇ ਹੁੰਦੇ ਹਨ ਅਤੇ ਉਹ ਆਪਣੀਆਂ ਮੰਗਾਂ ਮਨਾਉਣ ਦਾ ਕੰਮ ਕਰਦੇ ਹਨ। ਦੂਸਰੀ ਗੱਲ, ਇਹ ਸਰਕਾਰ ਦੀਆਂ ਪਦਵੀਆਂ 'ਤੇ ਲੱਗੇ ਬਿਨਾਂ ਕੰਮ ਕਰਦੇ ਹਨ। ਸਰਕਾਰ ਤੋਂ ਕੰਮ ਕਰਾਉਣਾ ਇਹਨਾਂ ਦਾ ਉਦੇਸ਼ ਹੁੰਦਾ ਹੈ, ਪਰ ਸਰਕਾਰ ਬਣਾਉਣਾ, ਮੰਤਰੀ ਬਣਨਾ, ਵਿਧਾਇਕ ਬਣਨਾ ਇਹਨਾਂ ਦਾ ਉਦੇਸ਼ ਨਹੀਂ ਹੁੰਦਾ। ਇਹ ਚੋਣਾਂ ਨਹੀਂ ਲੜਦੇ, ਇਹਨਾਂ ਦੀ ਮੈਂਬਰੀ ਇੱਛੁਕ ਹੈ। ਕੋਈ ਬੰਦਾ ਮੈਂਬਰ ਬਣਨਾ ਚਾਹੁੰਦਾ ਤਾਂ ਬਣੇ, ਨਹੀਂ ਬਣਨਾ ਚਾਹੁੰਦਾ ਤਾਂ ਨਾ ਬਣੇ। ਦਬਾਅ ਸਮੂਹਾਂ ਦੀਆਂ ਕਿਸਮਾਂ 'ਚ ਬੱਚੇ ਤੁਹਾਨੂੰ ਕਿਸਮਾਂ ਸਿੱਧਾ ਆ ਸਕਦੀਆਂ, ਆਰਥਿਕ ਕਿਸਮਾਂ ਆ ਸਕਦੀਆਂ, ਗੈਰ ਆਰਥਿਕ ਸਮੂਹ ਪੁੱਛੇ ਜਾ ਸਕਦੇ ਹੈ, ਕੋਈ ਵਪਾਰਕ ਸਮੂਹ ਦੀ ਉਦਾਹਰਨ ਪੁੱਛੀ ਜਾ ਸਕਦੀ ਹੈ, ਕਿਸਾਨ ਯੂਨੀਅਨ ਦੀ ਪੁੱਛੀ, ਕਿਸਾਨਾਂ ਦੀ ਪੁੱਛੀ ਜਾ ਸਕਦੀ ਹੈ। ਪੇਸ਼ੇ ਦੇ ਆਧਾਰ 'ਤੇ, ਪੇਸ਼ਾ ਮੈਨੇ ਜਿਹਦਾ ਵੀ ਜੋ ਪੇਸ਼ਾ ਹੈ, ਪੇਸ਼ੇ ਦੇ ਆਧਾਰ ਦੇ ਉੱਤੇ ਡਾਕਟਰ, ਵਕੀਲ, ਨਰਸਾਂ, ਟੀਚਰ, ਲੈਕਚਰਾਰਸ, ਪ੍ਰਿੰਸੀਪਲਸ, ਕੋਈ ਵੀ ਬੇਟੇ ਦਫ਼ਤਰਾਂ ਵਾਲੇ ਆਪਣਾ ਕੋਈ ਵੀ ਸਮੂਹ ਬਣਾ ਸਕਦੇ ਹਨ। ਉਦੇਸ਼ ਦਬਾਅ ਸਮੂਹ ਜੋ ਖਾਸ ਉਦੇਸ਼ ਨੂੰ ਲੈ ਕੇ ਬਣਦੇ ਹਨ। ਜਦੋਂ ਉਦੇਸ਼ ਪੂਰਾ ਹੋ ਜਾਂਦਾ ਹੈ ਤਾਂ ਉਹ ਦਬਾਅ ਸਮੂਹ ਵੀ ਖਤਮ ਹੋ ਜਾਂਦੇ ਹਨ। ਅਨਿਯਮਿਤ ਦਬਾਅ ਸਮੂਹ ਜੋ ਅਚਾਨਕ ਵਾਪਰਨ ਵਾਲੀ ਘਟਨਾਵਾਂ ਦਾ ਨਤੀਜਾ ਹੁੰਦੇ ਹਨ, ਜੋ ਨਿਯਮ ਦੇ ਅਨੁਸਾਰ ਨਹੀਂ ਬਲਕਿ ਅਨਿਯਮਿਤ ਤੌਰ 'ਤੇ ਕੰਮ ਕਰਦੇ ਹਨ। ਸੋ ਮੈਨੂੰ ਲੱਗਦਾ ਹੈ ਕਿ ਛੋਟਾ ਜਿਹਾ ਚੈਪਟਰ ਹੈ, ਸੌਖਾ ਚੈਪਟਰ ਹੈ, ਠੀਕ ਹੈ। ਇਹ ਮੈਨੂੰ ਲੱਗਦਾ ਹੈ ਤੁਹਾਨੂੰ ਸਮਝ ਵੀ ਆ ਗਿਆ ਹੋਏਗਾ। ਸਿੱਟੇ ਦੇ ਤੌਰ ਦੇ ਉੱਤੇ ਹੀ ਗੱਲ ਕਵਾਂਗੀ ਕਿ ਆਪਣੀਆਂ ਮੰਗਾਂ ਅਤੇ ਹਿੱਤਾਂ ਦੀ ਪੂਰਤੀ ਕਰਾਉਣੀ ਦਬਾਅ ਸਮੂਹਾਂ ਦਾ ਮੁੱਖ ਉਦੇਸ਼ ਹੁੰਦਾ ਹੈ। ਮੰਨ ਲਓ ਤੁਹਾਨੂੰ ਦਬਾਅ ਸਮੂਹਾਂ ਦਾ 1 ਨੰਬਰ ਦਾ ਕੁਐਸਚਨ ਆ ਜਾਂਦਾ ਹੈ ਕਿ ਹਿੱਤ ਜਾਂ ਦਬਾਅ ਸਮੂਹ ਦਾ ਮੁੱਖ ਉਦੇਸ਼ ਕੀ ਹੈ ਜਾਂ ਮੁੱਖ ਕੰਮ ਕੀ ਹੈ, ਤਾਂ ਤੁਸੀਂ ਕੀ ਕਹੋਗੇ? ਆਪਣੀਆਂ ਮੰਗਾਂ ਦੀ ਪੂਰਤੀ ਕਰਾਉਣੀ। ਆਪਣੀਆਂ ਮੰਗਾਂ ਮੈਨੇ ਜੇ ਵਿਦਿਆਰਥੀ ਸਮੂਹ ਹੈ ਤਾਂ ਉਹ ਵਿਦਿਆਰਥੀਆਂ ਦੇ ਮੰਗਾਂ, ਜੇ ਡਾਕਟਰਾਂ ਦਾ ਸਮੂਹ ਹੈ ਤਾਂ ਡਾਕਟਰਾਂ ਦੀਆਂ ਮੰਗਾਂ, ਜੇ ਨਰਸਾਂ ਦਾ ਸਮੂਹ ਹੈ ਤਾਂ ਨਰਸਾਂ ਦੀਆਂ ਮੰਗਾਂ। ਆਪਣੀਆਂ ਮੰਗਾਂ ਅਤੇ ਹਿੱਤਾਂ ਦੀ ਪੂਰਤੀ ਕਰਾਉਣੀ, ਉਹਦੇ ਲਈ ਸਰਕਾਰ 'ਤੇ ਦਬਾਅ ਪਾਉਣਾ ਦਬਾਅ ਸਮੂਹਾਂ ਦਾ ਮੁੱਖ ਉਦੇਸ਼ ਮੰਨਿਆ ਜਾਂਦਾ ਹੈ। ਮੈਨੂੰ ਉਮੀਦ ਹੈ ਕਿ ਤੁਹਾਨੂੰ ਲੈਸਨ ਸਮਝ ਆ ਗਿਆ ਹੋਵੇਗਾ। ਕਿਸੇ ਵੀ ਗਲਤੀ ਦੇ ਲਈ ਮਾफ़ੀ ਚਾਹੁੰਦੀ ਹਾਂ। ਬਹੁਤ ਬਹੁਤ ਧੰਨਵਾਦ।